ਸਤਨਾਮ ਵਾਹਿਗੁਰੂ ਸਾਹਿਬ ਜੀ। ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਓ ਰਮਈਆ ਕਾਰਨੇ, ਕਾਰਨ ਕਵਨ ਅਬੋਲ। ਬਹੁਤ ਜਨਮ ਬਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਕਬੀਰ ਸਾਧੂ ਸੰਗ ਪ੍ਰਾਪਤੀ, ਲਿਖਿਆ ਹੋਏ ਲਿਲਾਟ। ਮੁਕਤ ਪਦਾਰਥ ਪਾਈਐ, ਠਾਕ ਨਯਵ ਕਟ ਕਾਟ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਇ। ਏਕ ਜੋ ਸਾਧੂ ਮੋਹਿ ਮਿਲਿਓ, ਤਿਨ ਲੀਆ ਅੰਚਲ ਲਾਏ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ। ਚਰਨ ਕਮਲ ਕੀ ਮੌਜ ਮਹਿ, ਰਹੋ ਅੰਤ ਅਰ ਆਦ। ਕਬੀਰ ਚਰਨ ਕਮਲ ਕੀ ਮੌਜ ਕਉ, ਕਹਿ ਕੈਸੇ ਉਨਮਾਨ। ਕਹਿਬੇ ਕਉ ਸੋਭਾ ਨਹੀਂ, ਦੇਖਾ ਹੀ ਪਰਵਾਨ। ਬੇਸੁਮਾਰ ਅਥਾਹ ਅਗਨਤ ਤੋਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਪਹਿਲੇ ਪਹਿਰੇ ਫੁੱਲੜਾ, ਫਲ ਪੀ ਪਛਾਰਾਤ। ਜੋ ਜਾਗਨ ਲਹਨ ਸੇ, ਸਾਈ ਕੰਨੋ ਦਾਤ। ਦਾਤੀ ਸਾਹਿਬ ਸੰਧੀਆਂ, ਕਿਆ ਚੱਲੈ ਤਿਸ ਨਾਲ। ਇਕ ਜਾਗੰਦੇ ਨਾ ਲਹਨ, ਇਕ ਨਾ ਸੁਤਿਆ ਦੇ ਉਠਾਲ। ਟੂਟਹਿ ਦੀਏ ਸੁਹਾਗ ਕੋ, ਤਉ ਤਨ ਕਾਈ ਕੋਰ। ਜਿਨਾ ਨਉ ਸੁਹਾਗਣੀ, ਤਿਨਾ ਚਾਕ ਨਾ ਹੋਰ। ਸਬਰ ਮੰਜ ਕਮਾਣ, ਏ ਸਬਰ ਕਾ ਨੀਹਣੋ।
ਸਬਰ ਸੰਦਾ ਬਾਣ ਕਾਲਕ ਖਤਾ ਨਾ ਕਰੀ। ਸਬਰ ਅੰਦਰ ਸਾਬਰੀ ਤਨ ਏਵੈ ਜਾਲੇਨ। ਹੋਨ ਨਜੀਕ ਖੁਦਾਏ ਦੈ ਭੇਤ ਨ ਕਿਸੈ ਦੇਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਸਤਿਗੁਰੂ ਕੀ ਰਹਿਮਤ ਨੂੰ ਮਾਣਦਿਆਂ ਹੋਇਆਂ ਸਤਿਗੁਰੂ ਕੇ ਮੁਬਾਰਕ ਚਰਨਾਂ ਦੇ ਨਾਲ ਆਪਣੀ ਪ੍ਰੀਤ ਭਗਤੀ ਨੂੰ ਦ੍ਰਿੜ ਕਰਦਿਆਂ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਸ਼ਬਦ ਦੇ ਆਧਾਰ ਨਾਲ ਆਪਣੇ ਮਨੁੱਖਾ ਜੀਵਨ ਦੀ ਨਿਰਮਲ ਘਾੜਤ ਕੱਢਣ ਦਾ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਮਹਾਨ ਸੂਫੀ ਸੰਤ ਬੰਦਗੀ ਦੀ ਮੂਰਤ ਸ਼ਕਰ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ, ਤਿਨਾਂ ਦੇ ਪਾਵਨ ਸਲੋਕਾਂ ਦੀ ਲੜੀਵਾਰ ਵਿਚਾਰ ਸਰਵਣ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ, ਵਿਚਾਰ ਦੁਆਰਾ ਗਿਆਨ ਦੇ ਲਾਭ ਨੂੰ ਪ੍ਰਾਪਤ ਕਰਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਹਿਲੇ ਪਹਿਰੇ ਫੁੱਲੜਾ ਫਲ ਵੀ ਪਛਾ ਰਾਤ। ਬਾਬਾ ਸ਼ੇਖ ਫਰੀਦ ਸਾਹਿਬ ਜੀ ਲੜੀਵਾਰ ਸਲੋਕਾਂ ਦੇ ਅੰਤਰਗਤ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ ਕਿ ਜੀਵਨ ਦੇ ਵਿੱਚ ਜਿੱਥੇ ਸਮੇਂ ਦਾ ਬੜਾ ਮਹੱਤਵ ਹੈ, ਉੱਥੇ ਵੇਲੇ ਦਾ ਵੀ ਬੜਾ ਮਹੱਤਵ ਹੈ। ਸਮਾਂ ਇੱਕ ਲੰਬੀ ਇਕਾਈ ਹੈ ਜਿਹੜੀ ਮਨੁੱਖ ਦੇ ਸਮੁੱਚੇ ਜੀਵਨ ਨਾਲ ਜੁੜੀ ਹੋਈ ਹੈ। ਉਸ ਸਮੇਂ ਦੀ ਚੱਲਦੀ ਹੋਈ ਨਿਰੰਤਰ ਇਕਾਈ ਦੇ ਵਿੱਚ ਹਰੇਕ ਇੱਕ ਪਲ ਦੀ, ਹਰੇਕ ਇੱਕ ਵੇਲੇ ਦੀ ਗਿਆਨ ਦੇ ਅਰਥਾਂ ਦੇ ਨਾਲ, ਸ਼ੁਭ ਅਮਲ ਦੇ ਨਾਲ ਜਾਂ ਐਸੀ ਕਰਮਸ਼ੀਲਤਾ ਦੇ ਨਾਲ ਕਿ ਜਿਹੜੇ ਕਿਸੇ ਵੇਲੇ ਦੀ ਸਾਧਨਾ ਹੈ ਉਹ ਉਸ ਨੂੰ ਅਮਰ ਬਣਾ ਦੇਵੇ, ਉਸ ਨੂੰ ਇਤਨਾ ਅਮੀਰ ਬਣਾ ਦੇਵੇ ਕਿ ਉਹ ਜ਼ਿੰਦਗੀ ਦੀ ਐਸੀ ਅਮੋਲਕ ਰਾਸ ਬਣੇ ਜਿਹੜੀ ਦੇਹ ਤੋਂ ਬਾਅਦ ਵੀ ਨਹੀਂ ਖਰਦੀ। ਇਸ ਕਰਕੇ ਜਿੱਥੇ ਆਮ ਸਮਾਜਿਕਤਾ ਦੇ ਵਿੱਚ ਜਦੋਂ ਆਦਰਸ਼ਕ ਜੀਵਨ ਦੀ ਗੱਲ ਕਰੀਦੀ ਹੈ ਅਤੇ ਹਰ ਕੋਈ ਸਮੇਂ ਦਾ ਮਹੱਤਵ ਅਤੇ ਵੇਲੇ ਦੇ ਠੀਕ ਪ੍ਰਯੋਗ ਦਾ ਬਿਆਨ ਕਰਦਾ ਹੈ, ਤਾਂ ਠੀਕ ਹੈ, ਨਿਸ਼ਚੇ ਗੱਲ ਅਧਿਆਤਮ ਦੇ ਵਿੱਚ ਵੀ ਇਵੇਂ ਹੀ ਕਹੀ ਜਾਂਦੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਅੱਜ ਦੇ ਸਲੋਕ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ। ਪਹਿਲੇ ਪਹਿਰੇ ਫੁੱਲੜਾ ਫਲ ਪੀ ਪਛਾ ਰਾਤ। ਭਾਵ ਕਿ ਪਹਿਲੇ ਪੈਰ, ਭਾਵ ਕਿ ਰਾਤ ਦਾ ਜਿਹੜਾ ਪਹਿਲਾ ਪੈਰ ਹੈ, ਉਸ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜੇ ਬੰਦਗੀ ਦੇ ਅਰਥ ਕਿਸੇ ਜਗ੍ਹਾ ਜੁੜਦੇ ਹਨ ਜਾਂ ਜਿਹੜੇ ਰੱਬੀ ਇਬਾਦਤ ਦੇ ਵਿੱਚ ਢਲਣ ਦੇ ਲਈ, ਆਪਣੇ ਜੀਵਨ ਨੂੰ ਸਵਾਰਨ ਦੇ ਲਈ ਰਾਤ ਦੇ ਪਹਿਲੇ ਪੈਰ ਵਿੱਚ ਯਤਨ ਕਰਦੇ ਹਨ, ਜਿਸ ਨੂੰ 9 ਤੋਂ 12 ਦਾ ਸਮਾਂ ਕਿਹਾ ਜਾਂਦਾ ਹੈ। ਕਹਿੰਦੇ ਜਿਹੜੇ ਇਸ ਪੈਰ ਦੇ ਵਿੱਚ ਯਤਨ ਕਰਦੇ ਹਨ ਉਹਨਾਂ ਦੀ ਸਾਧਨਾ ਸਮਝ ਲਓ ਕਿ ਫੁੱਲ ਲੱਗਣ ਵਰਗੀ ਹੈ। ਕਿਸੇ ਤਰ੍ਹਾਂ ਦਾ ਵੀ ਕੋਈ ਫਲ ਲੱਗਦਾ ਕਿਸੇ ਰੁੱਖ ਦੇ ਉੱਪਰ, ਅਤੇ ਉਹਦਾ ਪਹਿਲਾ ਸੰਕੇਤਕ ਪ੍ਰਗਟਾਵਾ ਜਾਂ ਉਹਦੇ ਆਗਮਨ ਦੀ ਪਹਿਲੀ ਸੂਚਨਾ ਉਹਦਾ ਜਿਹੜਾ ਹੈ ਫੁੱਲ ਦਿੰਦਾ ਹੈ। ਫੁੱਲ ਦਾ ਰੂਪ ਵਿਨਸ ਜਾਂਦਾ ਹੈ,
ਉਹਦੇ ਅੰਦਰੋਂ ਫਲ ਵਿਕਸਿਤ ਹੋ ਜਾਂਦਾ ਅਤੇ ਉਹ ਆਪਣੇ ਸਿਖਰ ਤੱਕ ਪੁੱਜ ਜਾਂਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪਹਿਲੇ ਪਹਿਰੇ ਫੁੱਲੜਾ, ਭਾਵ ਕਿ ਜਿਨ੍ਹਾਂ ਨੇ ਰਾਤ ਦੇ ਪਹਿਲੇ ਪਹਿਰ ਦੇ ਵਿੱਚ ਬੈਠ ਕੇ ਮਾਲਕ ਦੀ ਇਬਾਦਤ ਦੇ ਤਰਫ ਕੋਈ ਖਿਆਲ ਜੋੜਿਆ ਹੈ ਆਪਣਾ, ਕੁਝ ਘੜੀਆਂ ਨੂੰ ਉਸ ਯਤਨ ਦੇ ਨਾਲ ਸਫਲ ਕਰਨ ਦੀ ਚੇਸ਼ਟਾ ਕੀਤੀ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹਨਾਂ ਦੀ ਬੰਦਗੀ ਅੰਕੁਰਿਤ ਹੋਏਗੀ। ਅੰਕੁਰਿਤ ਹੋਣ ਦਾ ਭਾਵ ਹੈ ਕਿ ਕੋਈ ਵੀ ਵਸਤ ਬੀਜ ਦੇਈਏ ਤਾਂ ਉਹ ਜੋ ਵਸਤ ਹੈ ਉਹ ਫਿਰ ਆਪਣਾ ਅੰਦਰਲੇ ਰੂਪ ਦਾ ਪ੍ਰਗਟਾਵਾ ਕਰਦੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪਹਿਲੇ ਪੈਰ ਦੇ ਵਿੱਚ ਕੀਤੀ ਹੋਈ ਬੰਦਗੀ ਦੇ ਨਾਲ ਜੀਵਨ ਦੇ ਵਿੱਚ ਆਨੰਦ ਦੇ ਫੁੱਲ ਨਿਕਲ ਆਉਂਦੇ ਹਨ। ਫਲ ਪੀ ਪਛਾ ਰਾਤ, ਅਤੇ ਜਿਹੜੇ ਰਾਤ ਦੇ ਪਿਛਲੇ ਪੈਰ ਦੇ ਵਿੱਚ, ਭਾਵ ਕਿ ਜਿਹੜਾ ਰਾਤ ਦਾ ਆਖਰੀ ਪੈਰ ਬਣਦਾ ਹੈ, ਇੱਕ ਤਾਂ ਰਾਤ ਦੀ ਸੰਪੂਰਨਤਾ ਦਾ ਪੈਰ ਹੈ ਨਾ, ਜਿਹੜਾ ਬਿਲਕੁਲ 3 ਤੋਂ ਲੈ ਕੇ 6 ਵਜੇ ਤੱਕ, ਪਰ ਉਸ ਤੋਂ ਪਿਛਲੇ ਪੈਰ ਦੇ ਵਿੱਚ ਜਿਹੜੇ 3 ਵਜੇ ਜਾਗ ਕੇ ਆਰੰਭ ਸਾਧਨਾ ਕਰਦੇ ਹਨ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹਨਾਂ ਦੀ ਬੰਦਗੀ ਫਿਰ ਫਲ ਵਾਲੀ ਹੋ ਜਾਂਦੀ ਹੈ, ਭਾਵ ਕਿ ਉਹਨਾਂ ਦੇ ਜੀਵਨ ਨੂੰ ਸੰਪੂਰਨ ਕਿਸਮ ਦਾ ਫਲ ਮਿਲ ਜਾਂਦਾ ਹੈ। ਇਸ ਕਰਕੇ ਜੋ ਜਾਗਨ ਲਹਨ ਸੇ ਸਾਈ ਕੰਨੋਂ ਦਾਤ, ਜਿਹੜੇ ਇਹਨਾਂ ਦੋਵਾਂ ਪਹਿਰਾਂ ਦੇ ਵਿੱਚ ਜਾਗਣਗੇ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹ ਸਾਈਂ ਦੀ ਤਰਫੋਂ ਸਗਲ ਤਰ੍ਹਾਂ ਦੀਆਂ ਦਾਤਾਂ ਪ੍ਰਾਪਤ ਕਰ ਲੈਣਗੇ। ਹੁਣ ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਜੀਵਨ ਦੇ ਵਿੱਚ ਇਹ ਗੱਲ ਹਮੇਸ਼ਾ ਦ੍ਰਿੜ ਕਰਕੇ ਰੱਖਣਾ, ਸਾਨੂੰ ਸਮਾਜਿਕ ਤੌਰ 'ਤੇ ਹਰ ਵੇਲੇ ਦਾ ਅਰਥ ਪ੍ਰਯੋਜਨ ਪਤਾ ਹੈ। ਆਪਣੀ ਭੋਜਨ ਦੀ ਕਿਰਿਆ ਦੀ ਗੱਲ ਕਰ ਲਈਏ ਤਾਂ ਮਨੁੱਖ ਨੇ 3 ਵੇਲਿਆਂ ਦੇ ਨਾਲ ਆਪਣੇ ਭੋਜਨ ਦੀ ਕਿਰਿਆ ਨੂੰ ਜੋੜਿਆ ਹੋਇਆ, ਉਹਦੇ ਵਿੱਚ ਜਰਾ ਜਿੰਨੀ ਦੇਰੀ ਨਹੀਂ ਪ੍ਰਵਾਨ ਕਰਦਾ। ਹੁਣ ਗੱਲ ਹੈ ਕਿ ਭੋਜਨ ਦੀ ਲੋੜ ਹੈ, ਉਹਦਾ ਇੱਕ ਸਮੇਂ ਸਿਰ ਆਹਾਰ ਰੂਪ ਦੇ ਵਿੱਚ ਉਸ ਨੂੰ ਪੁੰਚਦਾ ਵੀ ਹੈ, ਪਰ ਵਿਸ਼ਾ ਇਹ ਹੈ ਕਿ ਇੱਥੇ ਅਧਿਆਤਮਿਕ ਬਾਤ ਹੋ ਰਹੀ ਹੈ। ਤਨ ਦੇ ਅੰਦਰ ਭੁੱਖ ਲੱਗੀ ਹੈ, ਭੋਜਨ ਪਹੁੰਚਾ ਦਿੱਤਾ ਹੈ, ਭੁੱਖ ਦੀ ਅਗਨ ਸ਼ਾਂਤ, ਮਨ ਨੂੰ ਠਹਿਰਾਓ ਮਿਲ ਗਿਆ। ਹੁਣ ਤੱਕ ਦੇ ਜੀਵਨ ਵਿੱਚ ਜੇ ਅਧਿਆਤਮਿਕ ਨੁਕਤੇ ਤੋਂ ਬਾਤ ਕਰੀਏ, ਹੁਣ ਤੱਕ ਦੇ ਜੀਵਨ ਵਿੱਚ ਜਿਉਂ ਲਿਆ ਹੈ, ਅਨੇਕਾਂ ਤਰ੍ਹਾਂ ਦੇ ਸਰੀਰ ਨੂੰ ਭੋਜਨ ਦਿੱਤਾ, ਭੁੱਖ ਮਿਟ ਗਈ। ਮਨ ਦੇ ਤਲ 'ਤੇ ਬਣੀ ਹੋਈ ਲੋਭ ਦੀ ਵਾਸਨਾ ਨੂੰ ਦੁਨੀਆ ਭਰ ਦੇ ਪਦਾਰਥਾਂ ਦੇ ਰਸ ਦੇ ਦਿੱਤੇ ਨੇ, ਵਿਕਾਰਾਂ ਦੇ ਸਵਾਦਾਂ ਦਾ ਭਾਵ ਵੀ ਦਿਖਾ ਦਿੱਤਾ ਹੈ, ਪਰ ਅਜੇ ਵੀ ਇਹਦੀ ਜਿਹੜੀ ਤ੍ਰਿਸ਼ਨਾ ਜਾਂ ਇਹ ਅਗਨ ਉਵੇਂ ਦੀ ਉਵੇਂ ਬਣੀ ਹੋਈ ਹੈ। ਇਸ ਕਰਕੇ ਜਦੋਂ ਇਸ ਤਰ੍ਹਾਂ ਦੀ ਕੋਈ ਪਛਾਣ ਕਰੇਗਾ, ਤੁਹਾਨੂੰ ਖਿਆਲ ਆਏਗਾ ਕਿ ਮੇਰੇ ਮਨ ਦੀ ਖੁਰਾਕ ਦੇ ਤਲ 'ਤੇ, ਜਾਂ ਜਿਹੜੀ ਮੈਂ ਭਜਨ ਬੰਦਗੀ 'ਚੋਂ ਖੁਰਾਕ ਲੈ ਕੇ ਆਪਣੇ ਜੀਵਨ ਨੂੰ ਸੰਤੁਲਿਤ ਕਰਨਾ ਹੈ, ਉਹਦਾ ਮੇਰੇ ਪਾਸ ਕੀ ਪ੍ਰਯੋਜਨ ਹੈ, ਮੇਰੇ ਕੋਲ ਉਹਦਾ ਕੀ ਸਰੋਤ ਹੈ। ਹੁਣ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪਹਿਲੇ ਪੈਰੇ ਫੁੱਲੜਾ, ਇਹਦਾ ਨੁਕਤਾ ਇਹ ਵੀ ਅਰਜ਼ ਕਰਦਿਆਂ, ਸੂਫੀਆਂ ਨੇ ਆਪਣੀ ਬੰਦਗੀ ਦੇ 2 ਵੱਡੇ ਵੇਲੇ ਮੰਨੇ ਹਨ। ਜਿਵੇਂ ਸਾਡੀ ਪਰੰਪਰਾ ਦੇ ਵਿੱਚ ਸੰਧਿਆ ਵੇਲਾ ਹੈ, ਅੰਮ੍ਰਿਤ ਵੇਲਾ ਹੈ, ਸੂਫੀਆਂ ਨੇ ਵੀ ਇਹਦੇ 2 ਵੇਲੇ ਮੰਨੇ ਹਨ ਕਿ ਪਹਿਲੇ ਪਹਿਰੇ, ਭਾਵ ਕਿ ਸਾਰਾ ਦਿਨ ਦੁਨੀਆਦਾਰ ਦੀ ਕਿਰਤ ਵਿਰਤ ਕਰਦਿਆਂ ਜਦੋਂ ਸ਼ਾਮ ਨੂੰ ਕਿਸੇ ਖਾਨਕਾਹ ਅਤੇ ਕਿਸੇ ਮਸਜਿਦ ਦੇ ਵਿੱਚ ਜੁੜ ਕੇ ਬੈਠ ਕੇ ਰੱਬੀ ਇਬਾਦਤ ਕਰਨੀ, ਤਾਂ ਉਦੋਂ ਉਹਨਾਂ ਨੇ ਭਾਵ ਬਣਾਇਆ ਹੈ ਕਿ ਉਸ ਸਮੇਂ ਦੇ ਵਿੱਚ ਸਾਧਨਾ ਕਰਨੀ, ਭਾਵ ਕਿ ਜਾ ਕੇ ਜੁੜ ਕੇ ਬੈਠਣਾ। ਹੁਣ ਉਹਦਾ ਨੇ ਭਗਤੀ ਰੂਪ ਕਾਰਨ ਕੀ ਬਣਾਇਆ ਕਿ ਜਦੋਂ ਬੰਦਾ ਸਾਰਾ ਦਿਨ ਦੁਨੀਆ ਦੇ ਵਿੱਚ ਕਿਰਤ ਵਿਰਤ ਕਰਦਾ ਹੈ ਅਤੇ ਸ਼ਾਮ ਨੂੰ ਆ ਕੇ ਬੰਦਗੀ ਦੇ ਵਿੱਚ ਜੁੜਦਾ ਹੈ, ਇੱਕ ਪਾਸੇ ਉਹਦਾ ਉਹ ਮਨ ਹੈ ਜਿਹਦੇ ਵਿੱਚ ਸੰਸਾਰ ਦਾ ਦਖਲ ਹੈ, ਕਿ ਸਾਰਾ ਦਿਨ ਸੰਸਾਰ 'ਚ ਵਿਚਰਿਆ, ਗਾਹੇ ਬਗਾਹੇ ਨਿੰਦਿਆ ਸੁਣਨ ਨੂੰ ਮਿਲੀ ਹੈ, ਨਿੰਦਿਆ ਕਰਨੀ ਵੀ ਪਈ, ਗਾਹੇ ਬਗਾਹੇ ਆਪਣੇ ਚਿੱਤ ਦੇ ਉੱਪਰ ਕੋਈ ਅਵਗੁਣਾਂ ਦਾ ਭਾਰ ਵੀ ਢੋਣਾ ਪਿਆ। ਇਸ ਕਰਕੇ ਇਹਦੀ ਮੈਲੀ ਹਾਲਤ ਜਿਹੜੀ ਜਿੰਨੀ ਵੀ ਇੱਕ ਦਿਨ ਦੇ ਵਿਚਰਨ ਕਰਕੇ ਅੰਦਰ ਬਣੀ ਹੈ, ਜਦੋਂ ਇਹ ਆਪਣੀ ਉਸੇ ਤਰ੍ਹਾਂ ਦੀ ਦਸ਼ਾ ਨੂੰ ਸ਼ਾਮ ਦੇ ਸਤ ਸੰਗਤ ਵਿੱਚ ਲਿਆਏਗਾ, ਇਬਾਦਤ ਵਾਲੀ ਮਜਲਿਸ ਦੇ ਵਿੱਚ ਲਿਆਏਗਾ, ਅਤੇ ਇਹਦੇ ਉਹ ਜਿਹੜੇ ਅੰਦਰਲੇ ਖਿਆਲ ਜਿਹੜੇ ਸੰਸਾਰ ਵਿੱਚ ਭ੍ਰਮਣ ਕਰਕੇ ਪ੍ਰਭਾਵਿਤ ਹੋਏ ਹਨ, ਉਹ ਸਿਫਤ ਸਲਾਹ ਦੇ ਨਾਲ ਅਤੇ ਗਿਆਨ ਦੀ ਸ਼੍ਰੇਸ਼ਟ ਵਿਚਾਰ ਦੇ ਨਾਲ ਹੱਲ ਹੋਣਗੇ। ਇਹਨੂੰ ਸਰਲ ਇਵੇਂ ਸਮਝ ਲਈਏ ਕਿ ਜਿਵੇਂ ਮਨੁੱਖ ਨੇ, ਕਿਉਂਕਿ ਅਧਿਆਤਮਿਕ ਪ੍ਰੇਰਨਾ ਹਰ ਵਕਤ ਲੈਣੀ ਹੈ,
ਹੁਣ ਸਵੇਰੇ ਅਚੇਤ ਰਿਹਾ, ਸ਼ਾਮ ਨੂੰ ਜਦ ਸਤ ਸੰਗਤ ਵਿੱਚ ਆ ਕੇ ਬੈਠਿਆ ਜਾਂ ਕਿਸੇ ਗਿਆਨ ਦੀ ਗੋਸ਼ਟ ਵਿੱਚ ਆ ਕੇ ਬੈਠਿਆ, ਉੱਥੇ ਜਦੋਂ ਆ ਕੇ ਉਸ ਜੋ ਉੱਥੇ ਵਾਰਤਾ ਚੱਲ ਰਹੀ ਉਹਦੇ ਨਾਲ ਜੁੜੇਗਾ ਤਾਂ ਆਪਣੇ ਇੱਕ ਦਿਨ ਦਾ ਮੁਲਾਂਕਣ ਕਰਨਾ ਆ ਜਾਏਗਾ। ਦੁਨੀਆ ਦੇ ਵੱਡੇ ਕਾਰੋਬਾਰੀ ਬੈਂਕ ਵਾਲੇ 4 ਵਜੇ ਬੰਦ ਕਰ ਦਿੰਦੇ ਨੇ, 1 ਘੰਟਾ ਹਿਸਾਬ ਕਰਦੇ ਨੇ ਆਪਣਾ ਕਿ ਕਿੰਨੀ ਸਾਡੇ ਕੋਲੋਂ ਪੈਸਾ ਆਇਆ, ਕਿੰਨਾ ਗਿਆ, ਕੀ ਕੁਝ ਹੈ, ਉਹ ਸਾਰਾ ਕਰਦੇ ਨੇ। 1 ਘੰਟਾ ਪਹਿਲਾਂ ਬੈਂਕ ਦਾ ਆਮ ਸਿਲਸਿਲਾ ਰੋਕ ਦਿੰਦੇ ਨੇ। ਸ਼ਾਮ ਦੀ ਸਤ ਸੰਗਤ ਜਿਹੜੀ ਹੈ ਉਹ ਮਨੁੱਖ ਦਾ ਮੁਲਾਂਕਣ ਕਰਨ ਦੇ ਲਈ ਹੈ ਕਿ ਸਵੇਰ ਵੇਲੇ ਤਾਂ ਤੂੰ ਕੋਈ ਕਰਮ ਨਹੀਂ ਸੀ ਕੀਤਾ, ਬਿਸਤਰ 'ਚੋਂ ਉੱਠ ਕੇ ਇਸ਼ਨਾਨ ਕਰਕੇ ਗੁਰੂ ਘਰ ਆ ਗਿਆ, ਗੁਰੂ ਘਰੋਂ ਵਿਚਾਰ ਸ਼ਰਵਣ ਕਰਕੇ ਕੀਰਤਨ ਦੇ ਨਾਲ ਇੱਕ ਸੁਰ ਹੋ ਕੇ ਪਵਿੱਤਰਤਾ ਦਾ ਇੱਕ ਆਪਣੇ ਉੱਪਰ ਔਰਾ ਧਾਰਨ ਕਰ ਲਿਆ, ਗਿਆਨ ਦਾ ਇੱਕ ਖਿਆਲਾਂ ਭਰੀ ਖੁਰਾਕ ਆਪਣੇ ਮਨ ਅੰਦਰ ਧਾਰਨ, ਆਪਣੇ ਸਰੀਰ ਅੰਦਰ ਧਾਰਨ ਕਰ ਲਈ। ਹੁਣ ਜਦੋਂ ਸਾਰਾ ਦਿਨ ਇਹਦੇ ਸਹਿਤ ਸਮਾਜ ਦੇ ਵਿੱਚ ਵਿਚਰਿਆ ਤੇ ਸ਼ਾਮ ਨੂੰ ਤੇਰੀ ਕੀ ਹਾਲਤ ਹੈ, ਸ਼ਾਮ ਦੀ ਹਾਲਤ ਦਾ ਮੁਲਾਂਕਣ ਕਰਨ ਦੇ ਲਈ ਤੇ ਆਪਣੀ ਬੰਦਗੀ ਦੀ ਉੱਚਤਾ ਨੂੰ ਪਰਖਣ ਦੇ ਲਈ ਜਦੋਂ ਉਸ ਪੈਰ ਦੇ ਵਿੱਚ ਜੁੜੇਗਾ, ਪਹਿਲੀ ਗੱਲ ਤਾਂ ਮੁਲਾਂਕਣ ਕਰਨ ਦੀ ਸਮਝ ਲੱਗੇਗੀ। ਜਦੋਂ ਲਗਾਤਾਰ ਇਸ ਨੇਮ ਵਿੱਚ ਪੈ ਜਾਏਗਾ ਤਾਂ ਫਿਰ ਤੇਰੇ ਅੰਤਰੀਵ ਦੀ ਹਾਲਤ ਵਿੱਚ ਪਰਿਵਰਤਨ ਹੋਣਾ ਸ਼ੁਰੂ ਹੋ ਜਾਏਗਾ ਅਤੇ ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਕਾਗਰਤਾ ਬਣਨੀ ਸ਼ੁਰੂ ਹੋ ਜਾਏਗੀ। ਇੱਕ ਸੁੰਦਰ ਪ੍ਰਮਾਣ ਆਪਦੇ ਸਨਮੁਖ ਰੱਖਦਾ ਤਾਂ ਕਿ ਗੱਲ ਵਧੇਰੇ ਸਪਸ਼ਟ ਹੋ ਜਾਏ। ਬਾਬਾ ਫਰੀਦ ਸਾਹਿਬ ਜੀ ਦਾ ਕੋਈ ਮੁਰੀਦ ਸੀ, ਬੜਾ ਭਗਤੀ ਭਾਵ ਵਾਲਾ ਸੀ। ਜੀਵਨ ਦੇ ਵਿੱਚ ਉਹ ਬਾਬਾ ਫਰੀਦ ਸਾਹਿਬ ਜੀ ਦੀ ਬੰਦਗੀ ਤੋਂ ਬੜਾ ਪ੍ਰਭਾਵਿਤ ਸੀ। ਬਾਬਾ ਫਰੀਦ ਸਾਹਿਬ ਜੀ ਦਾ ਬਚਨ ਮੰਨ ਕੇ ਸ਼ਾਮ ਵੇਲੇ ਜਿਹੜੀ ਕਵਾਲੀ ਸਮਾਧ ਦਾ ਸਮਾਗਮ ਜੁੜਦਾ ਸੀ ਉਹਦੇ ਵਿੱਚ ਰੋਜ਼ ਪਹੁੰਚਿਆ ਕਰਦਾ ਸੀ। ਤਾਂ ਰੋਜ਼ ਪਹੁੰਚਣ ਕਰਕੇ ਅਚਾਨਕ ਇੱਕ ਦਿਨ ਐਸਾ ਸਿਲਸਿਲਾ ਵਾਪਰਿਆ ਕਿ ਉਹ ਕਈ ਦਿਨ ਆ ਨਾ ਸਕਿਆ। ਜਦ ਕਈ ਦਿਨਾਂ ਬਾਅਦ ਆਇਆ ਤਾਂ ਬਾਬਾ ਫਰੀਦ ਸਾਹਿਬ ਜੀ ਨੇ ਸੁਭਾਵਿਕ ਪੁੱਛਿਆ ਕਿ ਇਤਨੇ ਦਿਨਾਂ ਤੋਂ ਜਿਹੜਾ ਹੈ ਸ਼ਾਮ ਦੇ ਸਮੇਂ ਜੋ ਅੱਲਾਹ ਤਾਲਾ ਦੀ ਇਬਾਦਤ ਕਰਦੇ ਹਾਂ ਤੂੰ ਉਸ ਮਜਲਿਸ ਦੇ ਵਿੱਚ ਕਿਉਂ ਨਹੀਂ ਆ ਰਿਹਾ। ਉਹਨੇ ਅੱਗੋਂ ਬੜਾ ਕਮਾਲ ਦਾ ਉੱਤਰ ਦਿੱਤਾ। ਕਹਿਣ ਲੱਗਾ ਇਹਨਾਂ ਦਿਨਾਂ ਦੇ ਵਿੱਚ ਸ਼ਾਮ ਵੇਲੇ ਵਿੱਚ ਦੁਨੀਆਦਾਰੀ ਭਾਰੂ ਹੈ ਮੇਰੇ ਤੇ ਮੈਂ ਕੁਝ ਹਲਕੇ ਕਿਸਮ ਦੇ ਸੌਦੇ ਕਰਨ ਲਈ ਮੈਨੂੰ ਕਿਤੇ ਜਾਣਾ ਪੈਂਦਾ ਤਾਂ ਕਰਕੇ ਨਹੀਂ ਆ ਰਿਹਾ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗਾ ਮੈਂ ਬਹੁਤ ਘਾਟੇ ਵਾਲਾ ਹੋਇਆ ਹਾਂ, ਮਤਲਬ ਇਤਨੇ ਦਿਨ ਆ ਨਹੀਂ ਸਕਿਆ, ਮੈਂ ਤੁਹਾਡੇ ਤੋਂ ਖਿਮਾ ਕਰਦਾ ਹਾਂ। ਪਰ ਬਾਬਾ ਫਰੀਦ ਸਾਹਿਬ ਜੀ ਨੇ ਅੱਗੋਂ ਉੱਤਰ ਦਿੰਦਿਆਂ ਬੜੀ ਕਮਾਲ ਦੀ ਗੱਲ ਕਹੀ ਕਿ ਉਹ ਘਾਟੇ ਵਾਲੇ ਬੰਦੇ ਵੀ ਠੀਕ ਹਨ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਘਾਟੇ ਵਿੱਚ ਹਾਂ, ਨਹੀਂ ਤਾਂ ਕਿੰਨੀਆਂ ਐਸੀਆਂ ਸੰਧਿਆਵਾਂ ਨੇ ਸਾਡੇ ਜੀਵਨ ਦੇ ਸ਼ਾਮ ਵੇਲੇ ਨੇ ਜਿਹੜੇ ਬਿਨਾਂ ਮੁਲਾਂਕਣ ਤੋਂ ਹੀ ਬੀਤ ਗਏ ਨੇ। ਕਦੇ ਮੁਲਾਂਕਣ ਨਹੀਂ ਕੀਤਾ ਕਿ ਸਵੇਰ ਵੇਲੇ ਦਾ ਜੀਵਨ ਸ਼ੁਰੂ ਹੋਇਆ ਸ਼ਾਮ ਨੂੰ ਕਿਹੜੇ ਅਰਥਾਂ ਦੇ ਵਿੱਚ ਅਸਤ ਹੋਇਆ ਹੈ। ਸਵੇਰ ਵੇਲੇ ਹਿਰਦੇ ਦੇ ਵਿੱਚ ਸਹਿਜ ਸੀ, ਥੋੜ੍ਹਾ ਬਹੁਤਾ ਬੋਲਾਂ ਦੇ ਵਿੱਚ ਠਹਿਰਾਓ ਸੀ, ਮਨ ਦੇ ਫੁਰਨਿਆਂ ਨੂੰ ਵਿਰਾਮ ਸੀ। ਸ਼ਾਮ ਹੋਈ ਹੈ, ਹਿਰਦੇ ਦੀ ਹਾਲਤ ਕੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬੜੇ ਐਸੇ ਨੇ ਜਿਨ੍ਹਾਂ ਨੇ ਕਦੇ ਮੁਲਾਂਕਣ ਨਹੀਂ ਕੀਤਾ, ਅਚੇਤ ਦੇ ਅਚੇਤ ਹੀ ਚਲੇ ਜਾਂਦੇ ਨੇ। ਭਾਵੇਂ ਤੂੰ ਨਹੀਂ ਵੀ ਆਇਆ ਪਰ ਫਿਰ ਵੀ ਜੇ ਤੈਨੂੰ ਇਹਦੀ ਪੂਰੀ ਖਬਰ ਹੈ ਅਤੇ ਸਾਡਾ ਮੰਨਣਾ ਕਿ ਤੂੰ ਆਇਆ ਵਰਗਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪਹਿਲੇ ਪੈਰ ਹੈ ਫੁੱਲੜਾ, ਪਹਿਲੇ ਪੈਰ ਦੀ ਸਾਧਨਾ ਸਾਡੇ ਅੰਦਰ ਦੀ ਬਣੀ ਹੋਈ ਮੈਲ ਨੂੰ ਵਿਰਾਮ ਲਾਉਂਦੀ ਹੈ। ਅਤੇ ਫਿਰ ਉਸ ਸਾਧਨਾ ਦੇ ਨਾਲ ਜਦੋਂ ਸਾਡੇ ਫੁਰਨਿਆਂ ਦੀ ਸਾਧਨਾ ਹੋ ਜਾਂਦੀ ਹੈ ਉਸ ਤੋਂ ਬਾਅਦ ਜਾਣਾ ਹੁੰਦਾ ਨੀਂਦ ਦੀ ਸਥਿਤੀ ਦੇ ਵਿੱਚ। ਜਦੋਂ ਨੀਂਦ ਦੀ ਸਥਿਤੀ ਦੇ ਵਿੱਚ ਜਾਣਾ ਹੈ, ਚਿੱਤ ਨੂੰ ਠਹਿਰਾਓ ਮਿਲ ਗਿਆ ਹੈ ਕੀਰਤਨ ਸੁਣ ਕੇ। ਬੁੱਧੀ ਦੇ ਜਿਹੜੇ ਫੁਰਨੇ ਜਿਨ੍ਹਾਂ ਨੇ ਦੁਨੀਆਦਾਰੀ ਦੇ ਨਾਲ ਡੀਲ ਕੀਤਾ ਉਹਨੂੰ ਗਿਆਨ ਦੀ ਸਾਣ ਦੇ ਉੱਪਰ ਫਿਰ ਪਰਖ ਕੇ ਠੀਕ ਹੋ ਗਿਆ ਹੈ। ਹੁਣ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਬੰਦੇ ਨੇ ਜਿਹੜਾ ਜੀਵਨ ਜ਼ਿਕਰ ਕੀਤਾ ਉਹਦੀ ਬੰਦਗੀ ਫੁੱਲ ਬਣ ਜਾਏਗੀ, ਕਿਉਂਕਿ ਉਹ ਜਦੋਂ ਨੀਂਦ ਦੀ ਸਥਿਤੀ ਵਿੱਚ ਗਿਆ ਹੈ ਅਤੇ ਸ਼ੁਭ ਕਿਸਮ ਦੀ ਸਾਧਨਾ ਕਰਕੇ ਗਿਆ ਹੈ। ਉਹਨੇ ਆਪਣੇ ਅੰਦਰ ਦੇ ਰਸਾਂ ਨੂੰ ਕੀਰਤਨ ਦੇ ਨਾਲ ਸ਼ਾਂਤ ਕੀਤਾ ਹੈ। ਉਹਨੇ ਅੰਦਰ ਦੀ ਭਟਕਣ ਨੂੰ ਗਿਆਨ ਦੇ ਨਾਲ ਠਹਿਰਾਓ ਵਿੱਚ ਲਿਆਉਣ ਦਾ ਯਤਨ ਕੀਤਾ ਹੈ। ਇੰਝ ਪਹਿਲੇ ਪੈਰ ਦੀ ਕੀਤੀ ਹੋਈ ਸਾਧਨਾ ਤੋਂ ਬਾਅਦ ਜਦੋਂ ਬੰਦਾ ਨੀਂਦ ਦੇ ਵਿੱਚ ਜਾਂਦਾ ਹੈ ਅਤੇ ਉਹਦੀ ਨੀਂਦ ਦੇ ਵਿੱਚ ਜਿੱਥੇ ਉਹਦੇ ਸਰੀਰ ਨੂੰ ਨੀਂਦ ਨੇ ਆਰਾਮ ਪਹੁੰਚਾਉਣਾ ਹੈ, ਗਿਆਨ ਦੀ ਇਬਾਦਤ ਦੀ ਸਿਫਤ ਸਲਾਹ ਦੀ ਸੰਚਿਤ ਕੀਤੀ ਹੋਈ ਖੁਰਾਕ ਉਹਦੇ ਜੀਵਨ ਦੇ ਅੰਦਰ ਉਹ ਭਾਵ ਵਿਕਸਿਤ ਕਰਦੀ ਹੈ ਅਤੇ ਉਹਦੀ ਅਗਲੀ ਸਾਧਨਾ ਦਾ ਮੁਕਾਮ ਬਣਦਾ ਹੈ। ਜਦੋਂ ਸ਼ੁਭ ਖਿਆਲਾਂ ਸਹਿਤ ਸੁੱਤਾ ਹੈ, ਨੀਂਦ ਆਰਾਮਦਾਇਕ ਰਹੇਗੀ ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਉਹਨਾਂ ਦੇ ਅੰਦਰ ਬੰਦਗੀ ਦਾ ਉਮਾ ਜਾਗਦਾ ਹੈ।
ਫਿਰ ਪਹਿਲੇ ਪੈਰ ਦੇ ਵਿੱਚ ਬੰਦਗੀ ਵਿੱਚ ਜੁੜਦੇ ਹਨ। ਅਤੇ ਜਿਹੜੀ ਸ਼ਾਮ ਵੇਲੇ ਦੀ ਬਣੀ ਹੋਈ ਠਹਿਰਾਓ ਅਤੇ ਇਕਾਗਰਤਾ ਹੈ, ਫਿਰ ਉਹਨਾਂ ਦਾ ਫਲ ਬਣ ਜਾਂਦੀ ਹੈ, ਭਾਵ ਕਿ ਉਹਨਾਂ ਦੀ ਬੰਦਗੀ ਦੇ ਵਿੱਚ ਨਿਰੰਤਰਤਾ ਬਣ ਜਾਂਦੀ ਹੈ। ਜੀਵਨ ਦੇ ਵਿੱਚ ਬੰਦਗੀ ਦੀ ਨਿਰੰਤਰਤਾ ਬਣਨੀ ਬੜੀ ਔਖੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਉਹਨਾਂ ਦੀ ਕੀਤੀ ਸਾਧਨਾ ਫਲ ਲਾਉਂਦੀ ਹੈ। ਹੁਣ ਮਨੁੱਖ ਜਾਣਨਾ ਚਾਹੇਗਾ ਕਿ ਇਹ ਫਲ ਦਾ ਰੂਪ ਕੀ, ਫਲ ਦਾ ਰੂਪ ਕੀ ਹੈ ਕਿ ਜਦੋਂ ਮਨੁੱਖ ਪਹਿਲੇ ਪੈਰ ਦੀ ਅੰਮ੍ਰਿਤ ਵੇਲੇ ਦੀ ਸਾਧਨਾ ਕਰਦਾ, ਵੱਡਾ ਵਿਸ਼ਾ ਇਹ ਹੈ ਕਿ ਇਹ ਬੰਦਗੀ ਦੇ ਨਾਲ ਜੁੜੀਆਂ ਗੱਲਾਂ ਨਹੀਂ। ਸਮੂਹਕ ਰੂਪ ਦੇ ਵਿੱਚ ਕਥਨ ਕਰਨਾ ਜਾਂ ਬੜਾ ਸਪਸ਼ਟ ਪ੍ਰਗਟਾਵਾ ਕਰਨਾ ਇੱਕ ਅਨੁਭਵੀ ਦੇ ਨੁਕਤੇ ਤੋਂ ਥੋੜ੍ਹਾ ਔਖਾ ਹੋ ਸਕਦਾ ਹੈ। ਫਿਰ ਵੀ ਜ਼ਿਕਰ ਕਰਾਂ ਆਪਦੇ ਸਨਮੁਖ ਕਿ ਜਿਹੜਾ ਅੰਮ੍ਰਿਤ ਵੇਲੇ ਦਾ ਸਾਧਨਾ ਹੈ, ਜਿਹੜਾ ਬਾਬਾ ਫਰੀਦ ਸਾਹਿਬ ਜੀ ਨੇ ਕਿ ਫਲ ਬਣਦਾ, ਉਹ ਫਲ ਕਿਵੇਂ ਬਣਦਾ, ਜ਼ਿਕਰ ਸੰਕੇਤ ਮਾਤਰ ਰੱਖਦਾ। ਮਨੁੱਖ ਨੇ ਜੀਵਨ ਦੇ ਵਿੱਚ ਆਪਣੇ ਜੀਵਨ ਦੇ ਸਾਰੇ ਤਾਣਾਂ ਨੂੰ ਜਾਣ ਲਿਆ ਕਿ ਮੇਰੀਆਂ ਬਾਹਾਂ ਦੇ ਵਿੱਚ ਇੰਨੀ ਸਮਰੱਥਾ ਹੈ, ਮੇਰੀਆਂ ਲੱਤਾਂ ਦੇ ਵਿੱਚ ਚੱਲਣ ਦੀ ਸਮਰੱਥਾ, ਇਹ ਸਾਰੀਆਂ ਸਮਰੱਥਾਵਾਂ ਤੋਂ ਜਾਣੂ ਹੈ। ਪਰ ਜਦੋਂ ਅੰਮ੍ਰਿਤ ਵੇਲੇ ਦੀ ਧਿਆਨੀ ਸਥਿਤੀ ਦੇ ਵਿੱਚ, ਧਿਆਨੀ ਦਾ ਮਤਲਬ ਬਿਲਕੁਲ ਮੌਨ ਹੋ ਕੇ ਅਤੇ ਆਪਣੇ ਆਪ ਨੂੰ ਵਾਚਦਾ ਹੈ, ਆਪਣੇ ਆਪ ਦੀ ਗਹਿਰਾਈ ਦੇ ਵਿੱਚ ਬੰਦਾ ਉਤਰਦਾ ਹੈ। ਅਤੇ ਜਦੋਂ ਜਿਹੜੇ ਬੰਦੇ ਇਸ ਤਰ੍ਹਾਂ ਦਾ ਯਤਨ ਕਰਨਾ ਸ਼ੁਰੂ ਕਰ ਦਿੰਦੇ ਨੇ ਜੀਵਨ ਦੇ ਵਿੱਚ, ਉਹ ਇੱਕ ਐਸਾ ਸੈਂਟਰ ਆਪਣੇ ਅੰਦਰੋਂ ਲੱਭ ਲੈਂਦੇ ਹਨ ਜਿੱਥੇ ਉਹਨਾਂ ਨੂੰ ਜੀਵਨ ਦੀ ਪੂਰਨ ਸ਼ਾਂਤਗੀ ਮਿਲ ਜਾਂਦੀ। ਇਸ ਕਰਕੇ ਜਦੋਂ ਇਹ ਫਿਰ ਸੰਭਵ ਕਿਵੇਂ ਹੁੰਦਾ ਹੈ, ਰੋਜ਼ਾਨਾ ਜਦੋਂ ਬੈਠਦੇ ਹਨ ਤਾਂ ਉਹ ਆਪਣੇ ਆਪ ਦੇ ਨਾਲ ਇੱਕ ਖਾਸ ਕਿਸਮ ਦੀ ਲੜਾਈ ਕਰਦੇ ਨੇ। ਲੜਾਈ ਦਾ ਮਤਲਬ ਇਹ ਹੈ, ਲੜਾਈ ਦੇ ਵਿੱਚ ਦੂਜੇ ਨੂੰ ਹਰਾਉਣਾ ਹੁੰਦਾ ਹੈ। ਇਸ ਕਰਕੇ ਉਹ ਗੁਰਸਿੱਖ ਜਿਹੜੇ ਸਾਧਕ ਸਵੇਰ ਵੇਲੇ ਜੁੜ ਕੇ ਬੈਠਦੇ ਨੇ, ਉਹ ਪਹਿਲਾਂ ਆਪਣੇ ਆਪ ਨੂੰ ਮੌਨ ਕਰਦੇ ਨੇ ਅਤੇ ਮਨ ਦੀ ਹਾਲਤ ਨੂੰ ਵਾਚਦੇ ਨੇ। ਇਹਨੂੰ ਆਖਦੇ ਹਨ ਮਨ ਦੇ ਦ੍ਰਸ਼ਟਾ ਹੋਣਾ। ਹੁਣ ਸਾਨੂੰ ਇੱਕ ਸਿਖਾਈ ਗਈ ਹੈ ਗੱਲ ਜ਼ਿਕਰ ਕਿ ਅੰਮ੍ਰਿਤ ਵੇਲੇ ਉੱਠਦਿਆਂ ਸਾਧਨਾ ਆਰੰਭ ਕਰੋ। ਇਹਦੇ ਵਿਚਲੀ ਜੇ ਕੋਈ ਬਰੀਕੀ ਹੈ ਉਹਦਾ ਕੋਈ ਸਾਨੂੰ ਦੱਸਦਾ ਨਹੀਂ ਇਲਮ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਵਾਕ ਕਹੇ ਹਨ, ਭਲ ਕੇ ਉੱਠ ਹਰ ਨਾਮ ਧਿਆਵੈ, ਕਿ ਕੇਵਲ ਜਿਹੜੀ ਤੇਰੇ ਮਨ ਦੀ ਹਾਲਤ ਹੈ ਉਹਨੂੰ ਕਿਸੇ ਹੋਰ ਢੰਗ ਦੇ ਨਾਲ ਨਹੀਂ, ਸਿਰਫ ਉਹਨੂੰ ਕੇਵਲ ਵਾਚ ਕਿ ਉਹ ਕਿਵੇਂ ਦੀ ਹੈ। ਇਕਾਂਤ ਵਿੱਚ ਜੁੜ ਕੇ ਬੈਠ, ਸਿਫਤ ਤਾਂ ਤੂੰ ਕਰਨੀ ਹੀ ਹੈ, ਉਹ ਤਾਂ ਤੇਰਾ ਕਰਮ ਹੈ, ਪਰ ਸਿਫਤ ਕਰਨ ਤੋਂ ਪਹਿਲਾਂ ਤੇਰੇ ਮਨ ਦੀ ਹਾਲਤ ਕੀ ਹੈ। ਜਦੋਂ ਇਹਨੂੰ ਧਿਆਨ ਦੀ ਸਥਿਤੀ ਦੇ ਵਿੱਚ ਲਿਆ ਕੇ ਅਤੇ ਵਾਚ ਕੇ ਮਨ ਕਿਹੜੇ ਫੁਰਨਿਆਂ ਤੋਂ ਪ੍ਰਭਾਵਿਤ ਹੈ, ਜਾਂ ਜੇ ਪਹਿਲੀ ਗੱਲ ਪ੍ਰਭਾਵਿਤ ਹੈ, ਜੇ ਪ੍ਰਭਾਵਿਤ ਨਹੀਂ ਹੈ ਤਾਂ ਜੇ ਕੋਈ ਬਹੁਤ ਵਿਰਲਾ ਕੋਈ ਫੁਰਨਾ ਆਉਂਦਾ ਹੈ ਅਤੇ ਉਹ ਫੁਰਨਾ ਤੇਰੇ ਕਿਸ ਕਰਮ ਨਾਲ ਜੁੜਿਆ ਹੋਇਆ ਹੈ। ਹੁਣ ਉਦਾਹਰਨ ਦੇ ਤੌਰ 'ਤੇ ਅੰਮ੍ਰਿਤ ਵੇਲੇ ਦੇ ਵਿੱਚ ਕੋਈ ਫੁਰਨਾ ਆਇਆ, ਅੱਗੇ ਗੁਰੂ ਰਾਮਦਾਸ ਸਾਹਿਬ ਜੀ ਨੇ ਵਾਕ ਹੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਕਿਉਂ ਫਿਰ ਜਿਹੜਾ ਫੁਰਨਾ ਅੰਮ੍ਰਿਤ ਵੇਲੇ ਬਣਿਆ ਉਹਦੀ ਸਾਰੇ ਦਿਨ 'ਚੋਂ ਤਲਾਸ਼ ਕਰਨੀ ਅਤੇ ਗੁਰੂ ਸ਼ਬਦ ਦੀ ਵਿਚਾਰ ਨਾਲ ਕਿ ਇਸ ਫੁਰਨੇ ਦਾ ਸੈਂਟਰ ਕਿਹਦੇ ਨਾਲ ਜੁੜਦਾ। ਜਿਵੇਂ ਅੰਮ੍ਰਿਤ ਵੇਲੇ ਬੈਠਾ ਬੰਦਾ ਸਾਧਨਾ ਦੇ ਵਿੱਚ, ਫੁਰਨਾ ਆਇਆ ਹੈ ਪਰਿਵਾਰਕ ਧੰਦਿਆਂ ਦਾ, ਅਜੇ 9 ਵਜੇ ਕਾਰੋਬਾਰ ਸ਼ੁਰੂ ਹੋਣਾ ਹੈ, ਪਰ 3 ਵਜੇ ਫੁਰਨਾ ਆ ਗਿਆ ਕਿ ਸਾਡਾ ਕਾਰੋਬਾਰ ਕਿਵੇਂ ਚੱਲੇਗਾ। ਇਹ ਫੁਰਨੇ ਆਉਣ ਦਾ ਮਤਲਬ ਹੈ ਕਿ ਸਾਡੀ ਅੰਤਰੋਂ ਸੰਬੰਧਤਾ ਜਿਹੜੀ ਆ ਉਹ ਬੰਦਗੀ ਦੀ ਬਜਾਏ ਪਦਾਰਥ ਨਾਲ ਜੁੜੀ ਹੋਈ ਹੈ। ਅਤੇ ਜਦੋਂ ਅਸੀਂ ਠੀਕ ਇੱਕ ਇਕਾਗਰ ਕਰਮ ਕਰਨ ਬੈਠੇ ਅਤੇ ਸਾਡੀ ਬਾਹਰੀ ਸੰਬੰਧਤਾ ਨੇ ਸਾਡੀ ਅੰਦਰੂਨੀ ਬੰਦਗੀ ਜਿਹੜੀ ਇਕਾਗਰਤਾ ਭਾਲਦੀ ਉਹਦੇ ਵਿੱਚ ਖਲਲ ਪਾਇਆ ਹੈ। ਇਸ ਕਰਕੇ ਮਨ ਦੇ ਦ੍ਰਿਸ਼ਟਾ ਹੋ ਕੇ ਪਹਿਲਾਂ ਆਪਣੇ ਫੁਰਨਿਆਂ ਨੂੰ ਵਾਚਣਾ, ਅਤੇ ਫਿਰ ਜਿਹੜੇ ਸਾਧਨਾ ਕਰਦੇ ਨੇ ਉਹਨਾਂ ਨੂੰ ਇਹ ਅਨੁਭਵ ਹੋਏਗਾ ਕਿ ਜੇ ਠੀਕ ਤਰੀਕੇ ਨਾਲ ਕਰਦੇ ਰਹਿਣ, ਇਹ ਨਹੀਂ ਕਿ ਸਵੇਰ ਵੇਲੇ ਘੰਟਾ ਸਾਧਨਾ ਵੀ ਕਰ ਲੈਣੀ ਅਤੇ ਬਾਅਦ 'ਚ ਸਾਰਾ ਦਿਨ ਮੂਰਖਾਂ ਵਾਂਗ ਚੱਲਣਾ ਵੀ, ਉਹਨਾਂ ਦੀ ਗੱਲ ਨਹੀਂ ਹੋ ਰਹੀ। ਜਿਹੜੇ ਬੰਦਗੀ 'ਚ ਵੀ ਪੈ ਗਏ ਅਤੇ ਬਾਅਦ 'ਚ ਬੰਦਗੀ ਦੇ ਸਾਰੇ ਦਿਨ ਦੀ ਮਰਜ਼ਾਦਾ। ਆ ਹੁਣ ਮਹਾਂਮਾਰੀ ਦਾ ਦੌਰ ਚੱਲ ਰਿਹਾ, ਕਿਸੇ ਨੂੰ ਹੋਵੇ ਜਾਂ ਨਾ ਹੋਵੇ ਇਹ ਵੱਖਰਾ ਵਿਸ਼ਾ ਹੈ, ਸਾਵਧਾਨੀ ਤਾਂ ਸਾਰੇ ਵਰਤ ਰਹੇ ਨਾ। ਇਹਦਾ ਮਤਲਬ ਇੱਕ ਇਹੀ ਹੈ ਕਿ ਜਦੋਂ ਬੰਦਗੀ ਰਤ ਜੀਵਨ ਵਾਲਾ ਉਹ ਸਾਵਧਾਨੀ ਵਿੱਚ ਆ ਜਾਂਦਾ, ਅਤੇ ਇਹਦਾ ਪਹਿਲਾ ਨੁਕਤਾ ਇਹ ਹੈ ਕਿ ਜਿਹੜੇ ਕੁਝ ਦਿਨ ਇਸ ਸਾਧਨਾ ਦੇ ਵਿੱਚ, ਕੁਝ ਦਿਨ ਮਤਲਬ ਮਹੀਨੇ 2 ਮਹੀਨੇ ਦੀ ਬਾਤ ਹੈ, ਕੇਵਲ ਇਸ ਤਰ੍ਹਾਂ ਦੀ ਸਾਧਨਾ ਕਰਦੇ ਨੇ, ਉਹ ਪਰਮੇਸ਼ਰ ਦੀ ਕਿਰਪਾ ਦੇ ਇਸ ਪੱਧਰ 'ਤੇ ਪਹੁੰਚ ਜਾਂਦੇ ਨੇ ਕਿ ਉਹਨਾਂ ਦੇ ਅੰਦਰ ਦੇ ਫੁਰਨਿਆਂ ਦੀ ਰਵਾਨੀ ਬੜੀ ਘਟ ਜਾਂਦੀ। ਸਵੇਰ ਵੇਲੇ ਬੈਠੇ, ਜਿਸ ਮਕਸਦ ਲਈ ਬੈਠੇ ਨੇ ਉਹੀ ਮਕਸਦ ਰਹਿ ਜਾਂਦਾ ਬਾਅਦ ਦੇ ਵਿੱਚ। ਕਿਰਪਾ ਫਲ ਪੀ ਪੱਛਾ ਰਾਤ।
ਹੁਣ ਕੁਦਰਤੀ ਹੈ, ਕੋਈ ਵੀ ਛੋਟੇ ਤੋਂ ਛੋਟਾ ਅਸੀਂ ਫਸਲ ਬੀਜਦੇ ਹਾਂ, ਕੋਈ ਪੌਦਾ ਲਗਾਉਂਦੇ ਹਾਂ, ਮੇਰੀ ਜਾਚੇ ਕੋਈ ਐਸਾ ਫਲ ਫੁੱਲ ਹੋਏਗਾ ਨਹੀਂ ਜਿਹੜਾ ਕੋਈ ਮਹੀਨੇ ਤੋਂ ਪਹਿਲਾਂ ਫਲ ਦੇ ਦਿੰਦਾ ਹੋਵੇ, ਕੋਈ ਐਸਾ ਫਲ ਨਹੀਂ ਹੋਏਗਾ। ਇਸ ਕਰਕੇ ਜਦੋਂ ਬੰਦਗੀ ਦੇ ਵਿੱਚ ਬੰਦਾ ਬਹਿੰਦਾ, ਜਿਹੜੀ ਪਹਿਲੇ ਪੈਰ ਦੀ ਸਾਧਨਾ ਹੈ ਉਹ ਜਿਹੜੀ ਫੁੱਲ ਵਰਗੀ ਹੈ, ਭਾਵ ਕਿ ਤੇਰੇ ਅੰਦਰ ਠਹਿਰਾਓ ਬਣਿਆ ਸੀ। ਅਤੇ ਇਹ ਠਹਿਰਾਓ ਤੈਨੂੰ ਕਿਵੇਂ ਪਤਾ ਲੱਗੇ? ਜਦੋਂ ਤੂੰ ਅੰਮ੍ਰਿਤ ਵੇਲੇ ਜੁੜ ਕੇ ਬੈਠੇਂਗਾ ਤਾਂ ਉਸ ਵਕਤ ਤੈਨੂੰ ਆਏਗਾ ਕਿ ਨਾ ਹੁਣ ਪਰਿਵਾਰ ਦਾ ਦਖਲ ਹੈ ਮਨ ਦੇ ਅੰਦਰ, ਨਾ ਵਿਕਾਰਾਂ ਦੀ ਕੋਈ ਚੇਸ਼ਟਾ ਹੈ, ਨਾ ਆਪਣੇ ਆਪ ਪ੍ਰਤੀ ਕੋਈ ਮੈਲੇ ਹੋਣ ਦਾ ਅਹਿਸਾਸ ਹੈ, ਨਾ ਹੀ ਮਨਮੁਖਤਾ ਦਾ ਕੋਈ ਝੌਰਾ ਲੱਗਾ ਹੈ ਮਨ ਦੇ ਵਿੱਚ। ਉੱਥੇ ਜਾ ਕੇ ਬੰਦਾ ਆਪਣੇ ਆਪ ਨੂੰ ਸੰਪੂਰਨ ਤੌਰ 'ਤੇ ਖਾਲੀ ਮਹਿਸੂਸ ਕਰੇਗਾ ਅਤੇ ਫਿਰ ਉਹਨੂੰ ਪਤਾ ਲੱਗੇਗਾ ਕਿ ਮਨ ਰੂਪ ਭਾਂਡਾ ਹੁਣ ਖਾਲੀ ਹੋ ਗਿਆ ਪ੍ਰਚਲਿਤ ਕਿਸਮ ਦੇ ਵਿੱਚੋਂ। ਇਸ ਕਰਕੇ ਫਲ ਵੀ ਪੱਛਾ ਰਾਤ ਦਾ ਮਤਲਬ ਹੈ ਪਹਿਲਾਂ ਉਹਨਾਂ ਦੇ ਅੰਦਰ ਇੱਕ ਮਨ ਦੇ ਤਲ 'ਤੇ ਕੇਵਲ ਫੁਰਨਿਆਂ ਦੇ ਨੁਕਤੇ ਤੋਂ ਠਹਿਰਾਓ ਬਣਦਾ ਹੈ, ਪਰ ਇਹਦੇ ਮਗਰ ਬਾਕੀ ਚੀਜ਼ਾਂ ਜੇ ਉਵੇਂ ਕਾਰਜਸ਼ੀਲ ਰਹਿੰਦੀਆਂ ਨੇ, ਚਿੱਤ ਵੀ ਉਵੇਂ ਕੰਮ ਕਰਦਾ ਰਹਿੰਦਾ ਥੋੜ੍ਹਾ ਬਹੁਤ। ਇਸ ਕਰਕੇ ਫਲ ਵੀ ਪੱਛਾ ਰਾਤ ਦਾ ਪਹਿਲਾ ਭਾਵ ਹੈ ਉਹਨਾਂ ਦੇ ਅੰਦਰ ਫੁਰਨੇ ਨਹੀਂ। ਹੁਣ ਆਹ ਦੁਨੀਆਦਾਰ ਦੇ ਕਈ ਬੰਦੇ ਜਿਨ੍ਹਾਂ ਦੇ ਸੰਪਰਕ ਵਿੱਚ ਆਈਦਾ, ਉਹ ਆਪਣੇ ਕਈ ਕਿਸਮ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਨਗੇ, ਪਰ ਉਹ ਮੈਂ ਕਈ ਦਫਾ ਕਈ ਹੱਲ ਪੁੱਛਣਗੇ ਤਾਂ ਕੁਦਰਤੀ ਅਸੀਂ ਧਰਮ ਦੇ ਨਾਲ ਜੁੜੇ ਹੋਏ ਹਾਂ ਤਾਂ ਅਸੀਂ ਆਖਦੇ ਹਾਂ ਕਿ ਆਨੰਦ ਦਾ ਸੋਮਾ ਅਤੇ ਜਿਹੜੇ ਜੀਵਨ ਦੀ ਸ਼ਾਂਤੀ ਦੀ ਤਲਾਸ਼ ਕਰ ਰਹੇ ਹੋ ਉਹ ਕਿਤੇ ਹੋਰ ਨਹੀਂ ਪਈ ਹੋਈ, ਉਹ ਤੁਹਾਡੇ ਆਪਣੇ ਆਪ ਦੇ ਨਾਲ ਪਈ ਹੋਈ ਹੈ। ਅਤੇ ਜਦੋਂ ਆਪਣੇ ਆਪ ਦੇ ਅੰਦਰ ਦੀ ਗਹਿਰਾਈ ਨੂੰ ਵਾਚੋਗੇ ਤਾਂ ਉਹ ਸੈਂਟਰ ਤੁਹਾਨੂੰ ਮਿਲ ਜਾਏਗਾ। ਇਸ ਕਰਕੇ ਪਹਿਲਾ ਫਲ ਦਾ ਰੂਪ ਇਹ ਹੈ ਕਿ ਬੰਦੇ ਦਾ ਮਨ ਰੂਪ ਭਾਂਡਾ ਜਿਹੜਾ ਅਸਾਧ ਫੁਰਨਿਆਂ ਦੇ ਨਾਲ ਭਰਿਆ ਹੈ ਉਹ ਖਾਲੀ ਹੋ ਜਾਂਦਾ। ਹੁਣ ਦੂਜਾ ਭਾਵ, ਜਦੋਂ ਉਹ ਜੀਵਨ ਦੇ ਵਿੱਚ ਅੱਗੇ ਬੰਦਗੀ ਉਹਦੀ ਚੱਲਦੀ ਜਾਂਦੀ ਹੈ ਤਾਂ ਉਹਦਾ ਫਲ ਦਾ ਦੂਜਾ ਰੂਪ ਕੀ ਬਣਦਾ ਹੈ? ਉਹਦੇ ਜੀਵਨ ਦੇ ਵਿੱਚ ਜਦੋਂ ਸੰਸਾਰ ਮਨਫੀ ਹੁੰਦਾ, ਹੁਣ ਕਿਸੇ ਬੰਦੇ ਦਾ ਔਗਣ ਚੇਤੇ ਆ ਗਿਆ ਅਤੇ ਇਹਦਾ ਮਤਲਬ ਨਿੰਦਿਆ ਕਰਨ ਨੂੰ ਮਨ ਕਰੇਗਾ। ਕਿਸੇ ਦਾ ਔਗਣ ਹੋਵੇ ਤਾਂ ਹੀ ਨਿੰਦਿਆ ਕਰਦੇ, ਗੁਣ ਦੀ ਕਦੇ ਨਿੰਦਿਆ ਕਿੱਥੇ ਹੁੰਦੀ? ਜਦੋਂ ਬੰਦੇ ਦਾ ਅੰਦਰ ਮਨ ਦੇ ਅਸਾਧ ਫੁਰਨਿਆਂ ਤੋਂ ਖਾਲੀ ਹੁੰਦਾ ਅਤੇ ਫਿਰ ਮਨ ਆਪਣੇ ਮੂਲ ਵੱਲ ਪਰਤਣਾ ਸ਼ੁਰੂ ਕਰਦਾ ਹੈ। ਮੂਲ ਵੱਲ ਪਰਤਣ ਦੇ ਲਈ ਫਿਰ ਉਹਨੂੰ ਗੁਰੂ ਸ਼ਬਦ ਦਾ ਆਧਾਰ ਮਿਲਦਾ ਹੈ ਅਤੇ ਫਿਰ ਉਹਨੂੰ ਪਤਾ ਲੱਗਦਾ ਕਿ ਮੇਰੇ ਜੀਵਨ ਦਾ ਮਕਸਦ ਜਿਹੜਾ ਹੈ ਆਪਣੇ ਆਪ ਨੂੰ ਸਿਫਤ ਸਲਾਹ ਅਤੇ ਬੰਦਗੀ ਦੇ ਧਨ ਨਾਲ ਭਰਨਾ ਹੈ, ਤਾਂ ਕਿ ਮੇਰੇ ਜੀਵਨ ਦੇ ਵਿੱਚ ਰੱਬ ਦੀ ਮੌਲਤਾ ਹੋ ਸਕੇ। ਰੱਬ ਦੀ ਮੌਲਤਾ ਦਾ ਮਤਲਬ ਇਹ ਹੈ, ਅਸੀਂ ਦਇਆ ਬਾਰੇ ਸਾਰੇ ਸੁਣਦੇ ਹਾਂ, ਧਰਮ ਦੇ ਸਦਗੁਣਾਂ ਬਾਰੇ ਸਾਰਿਆਂ ਨੇ ਸੁਣਿਆ, ਬੜੇ ਸਮਝਿਆ ਵੀ ਬੜੀ ਬਰੀਕੀ ਨਾਲ ਹੈ, ਪਰ ਸਾਡੇ ਅੰਦਰ ਉਹ ਉਹ ਗੁਣ ਸਾਡੇ ਜੀਵਨ ਦੀ ਪੂਰਾ ਵਿਵਹਾਰ ਬਣ ਜਾਣ, ਨਾ ਤਾਂ ਸਾਡੀ ਇੰਨੀ ਚੇਸ਼ਟਾ ਹੈ, ਨਾ ਸਾਡੇ 'ਚ ਇੰਨੀ ਤਾਕਤ ਹੈ ਅਤੇ ਨਾ ਅਸੀਂ ਕੋਈ ਇਸ ਤਰ੍ਹਾਂ ਦੀ ਉਮੀਦ ਕਰਦੇ ਹਾਂ, ਸੁਣਦੇ ਜ਼ਰੂਰ ਹਾਂ। ਤਾਂ ਫਿਰ ਜਦੋਂ ਬੰਦਾ ਅੰਮ੍ਰਿਤ ਵੇਲੇ ਦੀ ਬੰਦਗੀ ਦੇ ਨਾਲ ਭਰਦਾ ਹੈ, ਫਲ ਵੀ ਪੱਛਾ ਰਾਤ, ਫਿਰ ਇਸ ਸ੍ਰਿਸ਼ਟੀ ਵਿੱਚ ਜੋ ਕੁਝ ਚੱਲ ਰਿਹਾ ਹੈ ਉਹ ਸਾਰਾ ਕੁਝ ਉਸ ਨੂੰ ਪਰਮੇਸ਼ਰ ਦੀ ਬਖਸ਼ਿਸ਼ ਨਜ਼ਰ ਆਉਣਾ ਹੁੰਦਾ ਸ਼ੁਰੂ ਹੈ। ਅਤੇ ਜਿਹੜੇ ਜੀਵਨ ਦੀ ਉਹ ਕੇਵਲ ਚਰਚਾ ਸੁਣਦਾ, ਫਿਰ ਉਹ ਜੀਵਨ ਉਹਦੇ ਅੰਦਰ ਆਪਣੇ ਆਪ ਢਲਣਾ ਸ਼ੁਰੂ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਤੇ ਸਿਲੇਬਸ ਥੋੜ੍ਹਾ ਪੜ੍ਹਾਇਆ ਸੀ ਮਾਤਾ ਪਿਤਾ ਨੇ ਕਿ ਜਾਓ ਲੋੜਵੰਦਾਂ ਦੀ ਲੋੜ ਪੂਰੀ ਕਰੀ ਜਾਓ। ਸਕੂਲ ਜਾਣ ਤੋਂ, ਪਾਠਸ਼ਾਲਾ ਜਾਣ ਤੋਂ ਪਹਿਲਾਂ ਹੀ ਐਸਾ ਕਰਮ ਸੀ। ਜਿੰਨੇ ਵੀ ਅਧਿਆਤਮਿਕ ਪੁਰਸ਼ ਸੀ ਉਹਨਾਂ ਨੂੰ ਪਾਠ ਥੋੜ੍ਹਾ ਸਿਖਾਇਆ ਕਿਸੇ ਨੇ ਕਿ ਲੋੜਵੰਦ ਦੀ ਮਦਦ ਕਰਨੀ ਹੈ, ਅਗਿਆਨੀ ਨੂੰ ਜਾ ਕੇ ਗਿਆਨ ਦੇਣਾ ਹੈ, ਬੇਸਹਾਰੇ ਨੂੰ ਜਾ ਕੇ ਰੱਬ ਦੀ ਹੋਣ ਦਾ ਅਹਿਸਾਸ ਕਰਾਉਣਾ। ਸਿਲੇਬਸ ਤਾਂ ਕਿਸੇ ਨੂੰ ਪੜ੍ਹਾਇਆ ਨਹੀਂ, ਪਰ ਉਹਨਾਂ ਨੇ ਐਸੇ ਕਰਮ ਕੀਤੇ ਨੇ। ਕਿਉਂਕਿ ਬੰਦਗੀ ਦੀ ਕੰਟੀਨਿਊਟੀ ਚੱਲਦੀ। ਜਦੋਂ ਉਹਨਾਂ ਦੇ ਬੰਦਗੀ ਦੀ ਨਿਰੰਤਰਤਾ ਬਣਦੀ ਹੈ ਤਾਂ ਫਿਰ ਇਸ ਕਰਕੇ ਬਾਣੀ ਦੇ ਵਿੱਚ ਇੱਕ ਵਾਕ ਆਉਂਦੇ, ਬੰਦੇ ਸੇ ਜੇ ਪਵੇ ਵਿੱਚ ਬੰਦੀ। ਕੈਦੀਆਂ ਨੂੰ ਕਈ ਵਾਰੀ ਜੰਜੀਰਾਂ ਜਕੜੀਆਂ ਹੁੰਦੀਆਂ ਨੇ ਨਾ, ਖੁੱਲ੍ਹ ਕੇ ਕਦਮ ਵੀ ਨਹੀਂ ਪੁੱਟ ਸਕਦੇ। ਇਸ ਕਰਕੇ ਜਿਹੜੇ ਅੰਮ੍ਰਿਤ ਵੇਲੇ ਦੀ ਬੰਦਗੀ ਦੇ ਨਾਲ ਨਵਾਜੇ ਗਏ ਅਤੇ ਜਿਨ੍ਹਾਂ ਨੂੰ ਫਲ ਮਿਲ ਗਿਆ ਹੈ, ਫਿਰ ਉਹਨਾਂ ਨੂੰ ਧਰਤੀ 'ਤੇ ਜਿਹੜੇ ਧਰਮ ਦੇ ਸਦਗੁਣ ਕਮਾਉਣੇ ਹੁੰਦੇ ਨੇ ਉਹਨਾਂ ਦੇ ਲਈ ਵਿਸ਼ੇਸ਼ ਤਰ੍ਹਾਂ ਦਾ ਤਰਦੱਦ ਨਹੀਂ ਕਰਨਾ ਪੈਂਦਾ, ਉਹਨਾਂ ਤੋਂ ਆਪਣੇ ਆਪ 'ਚੋਂ ਨਿਕਲਦਾ ਹੈ। ਉਹ ਕੋਈ ਅਕਲ ਦੇ ਵਿੱਚ ਪੱਕਾ ਕਰਕੇ ਨਹੀਂ ਬੈਠਦੇ ਕਿ ਮਾਲਕ ਦੀ 4 ਘੰਟੇ ਬਾਤ ਕਰਾਂਗੇ, ਜੀਵਨ ਪੂਰਾ ਉਹਦੇ ਨਾਲ ਜੁੜ ਜਾਂਦਾ। ਹੁਣ ਕਈ ਦਫਾ ਸਾਨੂੰ ਪੁੱਛਿਆ ਕਈਆਂ ਨੇ ਕਿ ਸਾਰਾ ਦਿਨ ਇਹ ਇੱਕੋ ਤਰ੍ਹਾਂ ਦੀ ਬਾਤ ਕਿਵੇਂ ਕੀਤੀ ਜਾ ਸਕਦੀ ਹੈ, ਕਿ ਬਾਣੀ ਦੇ ਨਾਲ ਜੁੜੀ ਜਾਂ ਅਧਿਆਤਮ ਦੇ ਨਾਲ ਜੁੜੀ ਸਾਰਾ ਦਿਨ ਬਾਤ ਜਾਂ ਕਈ ਘੰਟੇ ਕਿਵੇਂ ਕੀਤੀ ਜਾ ਸਕਦੀ ਹੈ।
ਖੁਦ ਵੀ ਅਸੀਂ ਹੈਰਾਨ ਹੁੰਦੇ ਹਾਂ ਕਿ ਕਿਵੇਂ ਕੀਤੀ ਜਾ ਸਕਦੀ ਹੈ, ਪਰ ਜਿਹਦੇ ਮੂਲ ਸਰੂਪ ਦੀ ਪਛਾਣ ਨਾਲ ਬੰਦਗੀ ਦਾ ਕੋਈ ਅੰਸ਼ ਉਤਰ ਗਿਆ ਉਹ ਕਰ ਸਕਦਾ ਹੈ। ਇਸ ਕਰਕੇ ਫਿਰ ਜਿਹੜੇ ਜੀਵਨ ਦੀ ਅਸੀਂ ਗੱਲ ਕਰਦੇ ਹਾਂ ਕਿ ਅੱਠੇ ਪੈਰ ਆਰਾਧਨਾ ਕਰਦਾ ਹੈ, ਸਿਫਤ ਸਲਾਹ ਵਿੱਚ ਰਹਿੰਦਾ ਹੈ, ਸਮ ਦ੍ਰਿਸ਼ਟੀ ਵਿੱਚ ਰਹਿੰਦਾ ਹੈ, ਪਰਉਪਕਾਰ ਦੇ ਉਮਾਹ ਵਿੱਚ ਰਹਿੰਦਾ ਹੈ, ਆਪੇ ਦੇ ਤਿਆਗ ਵਿੱਚ ਰਹਿੰਦਾ ਹੈ, ਵਿਕਾਰਾਂ ਤੋਂ ਸੰਜਮ ਵਿੱਚ ਰਹਿੰਦਾ ਹੈ, ਇਹ ਸਾਰੇ ਸ਼ੁਭ ਗੁਣ ਜਿਹੜੇ ਹਨ ਉਹਦੇ ਵਿਵਹਾਰ ਵਿੱਚ ਉਤਰਨੇ ਸ਼ੁਰੂ ਹੋ ਜਾਂਦੇ ਹਨ ਅਤੇ ਉਹਦੇ ਜੀਵਨ ਦੀ ਬੰਦਗੀ ਦੇ ਨਾਲ ਕਾਇਆ ਪਲਟ ਹੋ ਜਾਂਦੀ। ਇਸ ਕਰਕੇ ਫਲ ਪੀ ਪੱਛਾ ਰਾਤ ਦਾ ਦੂਜਾ ਭਾਵ ਇਹ ਹੈ ਕਿ ਜਿਹੜੀ ਬੰਦਗੀ ਦੀ ਸ਼੍ਰੇਸ਼ਟ ਸਾਧਨਾ ਉਹ ਅੰਮ੍ਰਿਤ ਵੇਲੇ ਦੇ ਵਿੱਚ ਕਰਦਾ ਹੈ, ਫਿਰ ਉਹਦੀ ਇਕੱਲੀ ਸਾਧਨਾ ਕਰਨੀ ਹੈ ਅਤੇ ਮਾਲਕ ਦੀ ਮਿਹਰ ਰੂਪ ਉਹਨੂੰ ਉਹ ਆਪਣਾ ਮਿਹਰ ਦਾ ਚੋਲਾ ਪਹਿਨਾ ਕੇ ਉਹ ਸਾਰੇ ਗੁਣਾਂ ਦੀ ਤਬੀਅਤ ਨਾਲ ਆਪਣੇ ਆਪ ਭਰ ਦਿੰਦੀ ਹੈ ਕਿ ਉਹ ਬੰਦਾ ਇੱਕ ਸੰਤ ਪੁਰਖ ਹੋ ਜਾਂਦਾ। ਇਸ ਕਰਕੇ ਫਲ ਪੀ ਪੱਛਾ ਰਾਹ ਤੇ ਦੂਜਾ ਭਾਵ ਕਿ ਫਿਰ ਜਿਹੜੇ ਜੀਵਨ ਦੇ ਵਿੱਚ ਦੇਖਿਆ ਕਿ ਉਹ ਸਿਰੇ ਦੇ ਦਾਨੀ ਨੇ, ਸਿਰੇ ਦੇ ਪਰਉਪਕਾਰੀ ਨੇ, ਸਿਰੇ ਦੇ ਤਿਆਗੀ ਵੈਰਾਗੀ ਨੇ, ਤਾਂ ਇਹ ਉਹਨਾਂ ਨੇ ਆਪਣੇ ਆਪ ਨੂੰ ਮਿਹਰ ਦੀ ਛਾਂ ਹੇਠ ਲੈ ਆਂਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਲ ਪੀ ਪੱਛਾ ਰਾਤ। ਹੁਣ ਤੀਜਾ ਭਾਵ ਅੰਕਿਤ ਕਰਦਿਆਂ ਆਪ ਜੀ ਦੇ ਸਨਮੁਖ ਅਰਜ਼ ਕਰਦਿਆਂ ਤੀਜਾ ਭਾਵ ਬੰਦਗੀ ਦਾ ਇਹ ਹੈ ਫਲ ਪੀ ਪੱਛਾ ਰਾਤ ਦਾ, ਕਿ ਜਿਹੜੇ ਬੰਦੇ ਬੜਾ ਲੰਮਾ ਸਮਾਂ ਬੰਦਗੀ ਵਿੱਚ ਚਲੇ ਜਾਂਦੇ ਨੇ ਉਹ ਸੰਸਾਰ ਤੋਂ ਇੱਕ ਕਿਸਮ ਦੀ ਅਲੇਪ ਹੋ ਜਾਂਦੇ ਨੇ। ਅਲੇਪ ਹੋਣ ਦਾ ਮਤਲਬ ਇਹ ਹੈ ਕਿ ਫਿਰ ਉਹਨਾਂ ਦਾ ਜੀਵਨ ਇੱਕ ਰੂਹਾਨੀ ਉਚਾਈ 'ਤੇ ਬੀਤਣਾ ਸ਼ੁਰੂ ਹੋ ਜਾਂਦਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਸਾਡੇ ਕੋਲੋਂ ਦੁੱਖ ਦੁਖੀ ਕਰਦਾ, ਸੁੱਖ ਸੁਖੀ ਕਰਦਾ, ਸਾਡੀ ਤਬੀਅਤ ਐਸੀ ਹੈ। ਜਿਹੜੇ ਬੰਦੇ ਬੰਦਗੀ ਦੇ ਵਿੱਚ ਇਸ ਚੀਜ਼ ਤੋਂ ਵੀ ਅੱਗੇ ਲੰਘ ਗਏ ਨੇ, ਫਿਰ ਉਹਨਾਂ ਦੇ ਜੀਵਨ 'ਚ ਅਲੇਪਗੀ ਆਉਂਦੀ ਹੈ। ਫਿਰ ਤਨ ਦਾ ਦੁੱਖ, ਤਨ ਦੀ ਲੋੜ ਅਤੇ ਮਨ ਦੇ ਜਿਹੜੇ ਛੋਟੇਪਣ ਜਾਂ ਆਲੇ ਦੁਆਲੇ ਦਾ ਜੋ ਵਾਪਰਨਾ ਹੈ ਉਹ ਉਹਨਾਂ ਨੂੰ ਉਵੇਂ ਪਾਉਂਦਾ ਹੀ ਨਹੀਂ। ਜਿਵੇਂ ਇੱਕ ਜ਼ਿਕਰ ਮਿਲਦਾ ਸੂਫੀਆਂ ਦੇ ਵਿੱਚ, ਕਿਸੇ ਸੂਫੀ ਦਾ ਨਾ ਸਾਰਾ ਸਰੀਰ ਜ਼ਖਮਾਂ ਨਾਲ ਵਿੰਨਿਆ ਹੋਇਆ ਸੀ ਅਤੇ ਇੱਕ ਬੰਦਾ ਆ ਗਿਆ, ਕਹਿਣ ਲੱਗਾ ਕਿ ਤੂੰ ਬੜੀ ਦਰਦ 'ਚ ਹੋਏਗਾ। ਸੂਫੀ ਉਹਨੂੰ ਕੰਡਾ ਦਿੱਤਾ, ਉਹਨੇ ਕਹਿਣ ਲੱਗਾ ਜ਼ਖਮ ਸਾਰੇ ਜ਼ਖਮਾਂ 'ਚ ਮਾਰ ਕੇ ਦੇਖ ਕਿੱਥੇ ਦਰਦ ਬਚੀ ਹੋਈ। ਉਸ ਨੇ ਕਹਿੰਦਾ ਮੈਂ ਐਸਾ ਨਹੀਂ ਕਰ ਸਕਦਾ, ਇਹ ਤਾਂ ਬੜੀ ਕਰੂਰ ਘਟਨਾ ਹੈ ਜਿਹੜੀ ਮੈਂ ਤੇਰੇ ਨਾਲ ਕਰਾਂ, ਜ਼ਖਮ ਬੜੇ ਨੇ ਤੇਰੇ ਸਰੀਰ 'ਤੇ। ਕਹਿਣ ਲੱਗਾ ਨਹੀਂ ਕੰਡਾ ਪਕੜ ਕੇ ਦੇਖ। ਹਰੇਕ ਕੰਡੇ ਨੂੰ ਗਹਿਰਾ ਚੁਭਾਉਂਦਾ ਗਿਆ, ਉਹਨੂੰ ਕਿਤੇ ਦਰਦ ਨਾ ਹੋਈ। ਕਹਿਣ ਲੱਗਾ ਜਿੱਥੇ ਦਰਦ ਹੋਣੀ ਆ ਤੇਰਾ ਕੰਡਾ ਉੱਥੋਂ ਤੱਕ ਨਹੀਂ ਪਹੁੰਚ ਸਕੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ 'ਚ ਮਾਛੀਵਾੜੇ ਦੀ ਘਟਨਾ ਨੂੰ ਅਸੀਂ ਇੰਨਾ ਗਹਿਰਾ ਨਹੀਂ ਦੇਖਿਆ। ਗੁਰੂ ਬੰਦਗੀ ਵਾਲੇ ਬੰਦੇ ਜਦੋਂ ਆਪਣੀ ਦੇਹ ਤੋਂ ਬਿਯੋਂਡ ਚਲੇ ਜਾਂਦੇ ਨੇ, ਬਿਯੋਂਡ ਦਾ ਮਤਲਬ ਪਾਰ, ਜਦੋਂ ਆਪਣੀ ਦੇਹ ਤੋਂ ਬਿਯੋਂਡ ਚਲੇ ਜਾਂਦੇ ਨੇ ਤਨ ਦਾ ਦੁੱਖ ਉਹਨਾਂ ਲਈ ਦੁੱਖ ਹੁੰਦਾ ਹੀ ਨਹੀਂ। ਇਹ ਬੰਦਗੀ ਦੇ ਐਕਸਪੀਰੀਅੰਸ ਨੇ, ਮੈਂ ਆਪਣੇ ਖੁਦ ਜੀਵਨ 'ਚ ਦੇਖੇ ਹੋਏ ਨੇ ਐਸੇ ਕਈ ਪੁਰਖਾਂ ਦੇ, ਕਿ ਕਿਸੇ ਜਗ੍ਹਾ ਇੱਕ ਸਾਡੇ ਅੰਮ੍ਰਿਤਸਰ ਨਿਕਟ ਮਹਾਤਮਾ ਸਨ, ਅੰਤਮ ਸਮੇਂ ਹਾਲਤ ਬੜੀ ਦੁਖਦਾਈ ਹੋ ਗਈ। ਸਾਰਾ ਸਰੀਰ ਟੀਕਿਆਂ ਨਾਲ ਵਿੰਨਿਆ ਪਿਆ ਸੀ ਇੱਕ ਹਿਸਾਬ ਨਾਲ। ਕਿਸੇ ਮੁਖ ਨੇ ਜਾ ਕੇ ਕਿਹਾ ਕਿ ਆਪ ਜੀ ਬੜੇ ਕਸ਼ਟ ਦੇ ਵਿੱਚ ਹੋਗੇ, ਬੜੀ ਦੁੱਖ ਹੋਏਗਾ ਦੇਖ ਕੇ, ਬੜੀ ਹਾਲਤ ਸਾਨੂੰ ਖੁਦ ਨੂੰ ਲੱਗ ਰਿਹਾ ਹੈ। ਅੱਗੋਂ ਉਸ ਪੁਰਖ ਦੇ ਵਚਨ ਸਨ ਕਿ ਮੈਂ ਭੋਜਨ ਛਕ ਲਿਆ ਹੈ, ਹੁਣ ਇਸ ਜੂਠੇ ਭਾਂਡੇ ਦਾ ਜੋ ਕੁਝ ਮਰਜ਼ੀ ਕਰੀ ਜਾਵੇ। ਭਾਵ ਕਿ ਸਰੀਰ ਕਦੇ ਜੀਵਨ ਦੇ ਵਿੱਚ, ਕਿਉਂਕਿ ਅਸੀਂ ਬਿਲਕੁਲ ਸਰੀਰ ਦੇ ਛੱਲ ਵਿੱਚ ਗੁਲਾਮ ਹਾਂ। ਸਾਡੀ ਚੇਤਨਾ, ਸਾਡਾ ਅਹਿਸਾਸ, ਸਾਡੀ ਬੁੱਧਤਾ, ਸਾਡੀ ਕਲਪਨਾ ਸਾਰੀ ਸਰੀਰ ਦੇ ਨਾਲ ਜੁੜੀ ਹੋਈ ਹੈ ਅਤੇ ਬੰਦਗੀ ਦੇਹ ਤੋਂ ਬਿਯੋਂਡ ਲੈ ਜਾਂਦੀ। ਇਸ ਕਰਕੇ ਜੀਵਨ ਦੇ ਸਾਰੇ ਦੁੱਖ ਉੱਥੇ ਜਾ ਕੇ ਖਤਮ ਹੋ ਜਾਂਦੇ ਹਨ ਅਤੇ ਬੰਦਾ ਆਪਣੇ ਸ਼ਾਂਤ ਸਰੂਪ ਵਿੱਚ ਵਿਚਰਦਾ। ਇਸ ਕਰਕੇ ਆਖਦੇ ਹਨ ਫਲ ਪੀ ਪੱਛਾ ਰਾਹ 'ਤੇ ਤਿੰਨ ਨੁਕਤੇ ਨੇ। ਪਰ ਵੱਡੀ ਗੱਲ ਇਹ ਹੈ ਕਿ ਕਦੇ ਇਹਨਾਂ ਦੇ ਲਈ ਬੰਦਾ ਪੂਰਾ ਯਤਨ ਨਹੀਂ ਕਰਦਾ। ਹਰੇਕ ਬੰਦੇ ਨੇ ਮੈਨੂੰ ਮੈਂ ਇਹ ਆਪਣੇ ਨਿੱਜੀ ਨੁਕਤੇ ਤੋਂ ਕਹਿ ਰਿਹਾ, ਜਿਹੜੇ ਬੰਦੇ ਜ਼ਿੰਦਗੀ 'ਚ 8 ਘੰਟੇ ਨੀਂਦ ਦਾ ਹਵਾਲਾ ਦਿੰਦੇ ਨੇ, ਮੈਂ ਕਦੀ ਉਹਨਾਂ ਦੇ ਖਿਆਲ ਦੇ ਨਾਲ ਸਹਿਮਤ ਨਹੀਂ ਹੋਇਆ। 8 ਘੰਟੇ ਦੀ ਨੀਂਦ ਕੀ ਹੈ? ਜੇ ਕੋਈ ਜ਼ਿੰਦਗੀ 'ਚ ਯਤਨ ਕਰਨਾ ਹੈ ਤਾਂ ਇਸ ਚੀਜ਼ ਨੂੰ ਛੋਟਾ ਵੀ ਕੀਤਾ ਜਾ ਸਕਦਾ ਹੈ। ਮਤਲਬ ਜਿਨ੍ਹਾਂ ਨੇ 8 ਘੰਟੇ ਦੀ ਟਰਮ ਮੰਨੀ ਹੈ, ਉਹਨਾਂ ਦਾ ਸਿੱਧਾ ਜਿਹਾ ਅਰਥ ਇਹ ਨਿਕਲਦਾ ਹੈ ਕਿ ਬੰਦਗੀ ਮਾਰਗ 'ਤੇ ਚੱਲ ਰਹੇ ਨੇ ਪਰ ਅੰਦਰ ਅੱਗ ਨਹੀਂ ਲੱਗੀ ਹੋਈ। ਜੇ ਅੱਗ ਲੱਗੀ ਹੋਵੇ ਤਾਂ 8 ਘੰਟੇ ਦੀ ਨੀਂਦ ਵੀ ਸਾਈਡ 'ਤੇ ਕਰ ਦੇਣ। ਪਹਿਲੇ ਪੈਰ ਫੁੱਲੜਾ, ਪਹਿਲੇ ਪੈਰ ਦਾ ਮਤਲਬ ਘੱਟੋ ਘੱਟ 9-10 ਵਜੇ ਤੱਕ ਬੰਦਗੀ ਦੇ ਨਾਲ ਜੁੜੇਗਾ। ਫਲ ਵੀ ਪੱਛਾ ਰਾਤ ਦਾ ਮਤਲਬ ਹੈ ਕਿ ਪਿਛਲੇ ਪੈਰ ਦੇ ਵਿੱਚ ਸਮੇਂ ਸਿਰ ਜਾਗੇਗਾ। ਅਤੇ ਜੇ ਇਹਦੀ ਟਾਈਮ ਦੀ ਲਿਮਟ ਬਣਾ ਲਈਏ ਤਾਂ ਸਾਰੀ 3-4 ਘੰਟੇ ਬਣਦੀ ਹੈ। 10 ਤੋਂ ਲੈ ਕੇ
3 ਵਜੇ ਤੱਕ ਦਾ ਸਮਾਂ ਲਾ ਲਓ, 5 ਘੰਟੇ ਬਣਦੇ, ਅਤੇ 8 ਘੰਟੇ ਦੀ ਟਰਮ ਮੰਨ ਲਈਏ, ਫਿਰ ਸਾਡੇ ਪਹਿਲੇ ਪੈਰ ਦੀ ਬੰਦਗੀ ਗਈ। ਇਹ ਤਾਂ ਮੈਡੀਕਲ ਸਾਇੰਸ ਨੇ ਤੁਹਾਨੂੰ ਫਾਰਮੂਲਾ ਦਿੱਤਾ ਹੋਇਆ ਹੈ ਨਾ, ਪਰ ਅਧਿਆਤਮਿਕਤਾ ਦੇ ਵਿੱਚ ਤੁਸੀਂ ਕੀ ਸਮਝ ਆਏ ਤਾਂ ਸਾਨੂੰ ਪਤਾ ਹੀ ਨਹੀਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਲ ਪੀ ਪੱਛਾ ਰਾਤ। ਹੁਣ ਕੁਦਰਤੀ ਇਹ ਵੀ ਨੁਕਤਾ ਅਰਜ਼ ਕਰਦੇ ਹਾਂ, ਕਿਸਾਨ ਇੱਕ ਦਿਨ ਫਸਲ ਬੀਜਦਾ ਹੈ ਨਾ, ਜਿੱਦਣ ਉਹ ਬੀਜ ਬੀਜਦਾ, ਹਰੇਕ ਤਰ੍ਹਾਂ ਦੀ ਫਸਲ ਦਾ ਆਪਣਾ ਸੁਭਾਅ ਹੈ। ਅੱਜ ਬੀਜਦਾ ਹੈ, ਉਹਨੂੰ ਪਤਾ ਹੈ ਕਿ ਇੰਨੇ ਦਿਨਾਂ ਬਾਅਦ ਨਾ ਫਸਲ ਦੇ ਜਿਹੜਾ ਬੀਜਿਆ ਉਹਨੇ ਜ਼ਰੂਰ ਫੁੱਟਣਾ ਹੈ। ਜੇ ਝੋਨਾ ਹੈ, ਕਣਕ ਹੈ, ਜੋ ਵੀ ਫਸਲ ਹੈ, ਉਹਨੂੰ ਉਹਦੇ ਸਮਝ ਵਿੱਚ ਪਤਾ ਹੈ ਕਿ ਇੰਨੇ ਦਿਨਾਂ ਬਾਅਦ ਇਹ ਜ਼ਰੂਰ ਫੁੱਟੇਗੀ। ਉਦੋਂ ਉਹ ਜ਼ਰੂਰ ਖੇਤ ਵਿੱਚ ਜਾਂਦਾ, ਭਾਵੇਂ ਜਿੰਨਾ ਮਰਜ਼ੀ ਬੀਜੀ ਹੋਵੇ, ਅਤੇ ਉਹ ਫਿਰ ਬੜੀ ਗਹਿਰਾਈ ਦੇ ਨਾਲ ਦੇਖਦਾ। ਜੇ ਕਿਤੇ ਵੀ ਨਾ ਨਜ਼ਰ ਆਵੇ ਕਿ ਕੁਝ ਨਹੀਂ ਫੁੱਟਿਆ, ਉਹ ਫਿਰ ਜ਼ਮੀਨ ਦੇ ਨੇੜੇ ਹੋ ਕੇ ਦੇਖਦਾ ਅਤੇ ਕੋਈ ਨਾ ਕੋਈ ਬੀਜ ਐਸਾ ਲੱਭ ਜਾਂਦਾ ਜਿਹੜਾ ਵਾਕਿਆ ਹੀ ਫੁੱਟਿਆ ਹੁੰਦਾ, ਉਹਦੇ ਅੰਦਰੋਂ ਪੌਦਾ ਨਿਕਲਿਆ ਹੁੰਦਾ। ਇਸ ਕਰਕੇ ਜਿਨ੍ਹਾਂ ਨੇ ਬਿਲਕੁਲ ਇਬਾਦਤ ਦੇ ਵਿੱਚ ਆਪਣੇ ਆਪ ਨੂੰ ਜੋੜਿਆ ਹੈ, ਉਹਨਾਂ ਨੂੰ ਉਹਦੇ ਭੇਦ ਮਿਲ ਜਾਂਦੇ ਨੇ, ਪਤਾ ਲੱਗ ਜਾਂਦਾ ਹੈ ਕਿ ਸਾਨੂੰ ਫਲ ਮਿਲ ਗਿਆ ਹੈ। ਅਤੇ ਫਲ ਮਿਲਣ ਦੇ ਮੈਂ 3 ਵੱਡੇ ਨੁਕਤੇ ਹੈ, ਬੜੇ ਸੰਕੇਤ ਕੀਤੇ ਨੇ, ਬੜਾ ਵੱਡਾ ਵਿਸਥਾਰ ਹੈ ਇਹਦਾ। ਸੰਕੇਤ ਕਰ ਦਿੱਤੇ ਨੇ ਕਿ ਸਭ ਤੋਂ ਪਹਿਲਾਂ ਮਨ ਦਾ ਭਾਂਡਾ ਖਾਲੀ ਹੁੰਦਾ। ਹੁਣ ਕਈ ਦਫਾ ਆਪਣਾ ਨਿੱਜ ਅਨੁਭਵ ਰੱਖਦਿਆਂ ਕਈ ਦਿਨ ਕੋਈ ਕਿਸੇ ਤਰ੍ਹਾਂ ਦਾ ਖਿਆਲ ਆਉਂਦਾ ਹੀ ਨਹੀਂ, ਕਿਸੇ ਤਰ੍ਹਾਂ ਦਾ ਖਿਆਲ ਨਹੀਂ, ਕੀ ਚੱਲ ਰਿਹਾ, ਕਿਵੇਂ ਹੋਏਗਾ, ਕੀ ਨਹੀਂ ਹੋਏਗਾ, ਸਭ ਤਰ੍ਹਾਂ ਦੀ ਮਨਫੀ ਹੋ ਜਾਂਦੀ ਹੈ। ਇਸ ਕਰਕੇ ਮਨ ਦਾ ਭਾਂਡਾ ਬਿਲਕੁਲ ਖਾਲੀ ਹੋ ਜਾਂਦਾ ਹੈ। ਫਿਰ ਜੀਵਨ ਦੇ ਵਿੱਚ ਜਿਹੜੀ ਰੱਬਤਾ ਨੂੰ ਕਮਾਉਣਾ ਹੁੰਦਾ ਹੈ, ਮਾਲਕ ਜਿੱਡੇ ਉੱਚੇ ਸੁੱਚੇ ਜੀਵਨ ਨੂੰ ਆਪਣੇ ਆਪ ਹੀ ਅੰਦਰ ਉਤਰ ਜਾਂਦਾ, ਪਤਾ ਵੀ ਨਹੀਂ ਲੱਗਦਾ ਕਦੋਂ ਉਹ ਜਿਹੜੀਆਂ ਬਿਰਤੀਆਂ ਨੇ ਉਹ ਪ੍ਰਵਿਰਤ ਹੋ ਜਾਂਦੀਆਂ ਨੇ। ਕੰਜੂਸ ਵਾਲੀ ਬਿਰਤੀ ਪਰਉਪਕਾਰ 'ਚ ਚਲੀ ਜਾਂਦੀ ਹੈ, ਵਕਾਰ ਵਾਲੀ ਬਿਰਤੀ ਬਿਲਕੁਲ ਬੰਦਗੀ ਨਾਲ ਜੁੜ ਜਾਂਦੀ ਹੈ, ਕ੍ਰੋਧ ਵਾਲੀ ਬਿਰਤੀ ਬਿਲਕੁਲ ਨਿਮਰਤਾ ਦੇ ਵਿੱਚ ਅਤੇ ਆਪਣੇ ਆਪ ਦੀ ਹੋਂਦ ਨੂੰ ਛੁਪਾਉਣ ਵੱਲ ਚਲੀ ਜਾਂਦੀ ਹੈ। ਉਹਨਾਂ ਨੂੰ ਯਤਨ ਕਰਨਾ ਹੀ ਨਹੀਂ ਪੈਂਦਾ। ਇਸ ਕਰਕੇ ਬੰਦਗੀ ਨੂੰ ਮਿਹਰ ਦੇ ਨਾਲ ਤਾਂ ਜੋੜਿਆ ਜਾਂਦਾ ਕਿ ਜਦੋਂ ਹੋ ਗਈ ਫਿਰ ਇਹਦਾ ਜਲਵਾ ਦੇਖੋਗੇ, ਉਹਨਾਂ ਚਿਰ ਤਾਂ ਗੱਲਾਂ ਹੀ ਨੇ ਜਿੰਨਾ ਚਿਰ ਨਹੀਂ ਹੁੰਦੀ, ਅਤੇ ਉਸ ਤੋਂ ਅੱਗੇ ਨਿਰਲੇਪਤਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਲ ਪੀ ਪੱਛਾ ਰਾਤ। ਅੱਗੇ ਆਖਦੇ ਹਨ ਜੋ ਜਾ ਗਨ। ਮੈਨੂੰ ਕਿਸੇ ਦਿਨ ਕਈ ਮਹੀਨੇ ਪਹਿਲਾਂ ਦੀ ਬਾਤ ਹੈ, ਕਿਸੇ ਵਿਦੇਸ਼ ਦੇ ਸਿਆਣੇ ਨੇ ਮੇਰੇ ਨਾਲ ਬਾਤ ਕੀਤੀ ਸੀ, ਆਪ ਦੇ ਸਨਮੁਖ ਰੱਖਦੇ, ਉਹਦੇ ਵਿੱਚੋਂ ਗਿਆਨ ਦੇ ਅਰਥ ਪ੍ਰਗਟ ਹੋ ਜਾਣਗੇ। ਕਹਿਣ ਲੱਗਾ ਕਿ ਮੇਰੇ ਨਾ ਅੰਮ੍ਰਿਤ ਵੇਲੇ ਉੱਠਣਾ ਮੈਨੂੰ ਕਠਿਨ ਲੱਗਦਾ ਹੈ, ਪਰ ਮੈਂ ਦਿਨ ਵੇਲੇ ਸਾਰਾ ਦਿਨ ਇੱਧਰ ਲਾਉਣਾ, ਅਤੇ ਮੈਂ ਇਹ ਵੀ ਕਹਿ ਸਕਦਾ ਮੈਂ ਤੁਹਾਡੇ ਤੋਂ ਅੱਗੇ ਹਾਂ। ਮੈਂ ਕਿਹਾ ਹੋਏਗਾ ਅੱਗੇ, ਅਸੀਂ ਤਾਂ ਕੋਈ ਦਾਅਵਾ ਕਰਦੇ ਨਹੀਂ, ਕਿਉਂਕਿ ਮਿਹਰ ਹੈ ਜਿੰਨੀ ਕਿਸੇ 'ਤੇ ਹੋ ਗਈ। ਕਹਿਣ ਲੱਗਾ ਨਹੀਂ, ਫਿਰ ਵੀ ਮੈਨੂੰ ਪਤਾ ਹੈ ਤੁਸੀਂ ਜਾਣ ਕੇ ਐਸੀ ਰੱਟ ਲਗਾਉਂਦੇ ਹੋ, ਪਰ ਅਸਲ ਦੇ ਵਿੱਚ ਇੰਝ ਕੁਝ ਹੈ ਨਹੀਂ। ਮੈਂ ਕਿਹਾ ਹੋ ਸਕਦਾ, ਠੀਕ ਹੈ। ਉਹ ਆਪਣੀ ਇਸ ਹਉਮੈ ਦੀ ਪ੍ਰਵਿਰਤੀ ਤੋਂ ਹਟੇ ਨਾ, ਵਾਰ-ਵਾਰ ਐਸੀ ਰੱਟ ਲਗਾਵੇ, ਤਾਂ ਮਜਬੂਰਨ ਕਹਿਣਾ ਪੈ ਗਿਆ ਕਿ ਕੋਈ ਇੱਕ ਵੱਡਾ ਅਨੁਭਵ ਦੱਸ, ਅਤੇ ਉਹ ਆਪਣੇ ਜੀਵਨ 'ਚੋਂ ਵੀ ਦਿਖਾ ਦੇ। ਦੱਸ ਵੀ ਅਤੇ ਦਿਖਾ ਵੀ ਦੇ ਜੇ ਤੂੰ ਵਾਕਿਆ ਹੀ ਕਮਾਇਆ ਕੋਈ। ਜਦੋਂ ਇਸ ਨੁਕਤੇ 'ਤੇ ਬਾਤ ਆਈ, ਨਾ ਤੁਹਾਨੂੰ ਬਾਤ ਸਮਝ ਪਵੇ ਅਤੇ ਨਾ ਬਾਤ ਦੱਸਣ ਦਾ ਹੀਆ ਪਵੇ। ਜ਼ਿਕਰ ਕਰਦੇ ਐਸੇ ਬੜੇ ਮਿਲ ਜਾਣਗੇ ਤੁਹਾਨੂੰ, ਪਰ ਮੁੜ ਕੇ ਜੀਵਨ ਦੇ ਵਿੱਚ ਫਿਰ ਉਦਾਹਰਨ ਦੇ ਤੌਰ 'ਤੇ ਜਿਹੜੇ ਬੰਦਿਆਂ ਨੇ ਕਿਸੇ ਕਮਾਲਗੀ ਨੂੰ ਕਮਾਇਆ ਹੁੰਦਾ ਹੈ, ਉਹ ਨੇੜੇ ਬਿਠਾ ਕੇ ਦੱਸ ਵੀ ਦਿੰਦੇ ਨੇ ਕਿ ਕਿਵੇਂ ਇਸ ਕਮਾਲਗੀ ਨੂੰ ਕਮਾਈਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਜੋ ਜਾ ਗਨ ਲਹਨ ਸੇ। ਕਿੰਨਾ ਵੱਡਾ। ਕਈ ਦਫਾ ਅਸੀਂ ਆਪਣੀ ਅਕਲ ਦੀ ਚਤੁਰਾਈ ਛੱਡਦੇ ਨਹੀਂ, ਖਾਸ ਕਰਕੇ ਸ਼ਹਿਰੀ ਜੀਵਨ ਨਹੀਂ ਛੱਡਦਾ, ਪੇਂਡੂ ਅਜੇ ਵੀ ਛੱਡ ਦਿੰਦਾ। ਬਾਣੀ ਦੇ ਵਿੱਚ ਸਪਸ਼ਟ ਲਿਖਿਆ ਹੋਇਆ ਭਿੰਨੀ ਰੈਣੜੀਏ ਚਮਕਨ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਇਹਨੇ ਇੱਕ ਡਾਕਟਰ ਦਾ ਹਵਾਲਾ ਫੜਿਆ ਹੋਇਆ, ਇੱਕ ਆਪਣੇ ਕਾਰੋਬਾਰ ਦਾ ਹਵਾਲਾ ਫੜਿਆ, ਇੱਕ ਆਪਣੀ ਈਗੋ ਕਿਸਮ ਦੀ ਰੈਸਟ ਦਾ ਹਵਾਲਾ ਫੜਿਆ, ਅਤੇ ਕਹਿੰਦਾ ਨਹੀਂ ਉੱਠਣ ਦਾ ਸਹੀ ਵੇਲਾ 6 ਵਜੇ ਤੋਂ ਬਾਅਦ ਹੀ ਹੈ। ਅਤੇ ਬਾਣੀ ਕੀ ਕਹਿ ਰਹੀ ਹੈ? ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਕਿ ਜਿਹੜਾ ਪ੍ਰੀਤ ਵਿੱਚ ਆ ਉਹੀ ਜਾ ਸਕਦਾ, ਜਿਹੜਾ ਧਰਮ ਨੂੰ ਲੋਕਾਚਾਰੀ ਦੇ ਨੁਕਤੇ ਤੋਂ ਨਿਭਾ ਰਿਹਾ, ਅਤੇ ਉਹ ਤਾਂ ਦੀਵਾਨ 'ਚ ਵੀ ਨਹੀਂ ਆਉਂਦਾ। ਉਹ ਆਉਂਦਾ ਵੀ 10 ਵਜੇ ਹੀ ਗੁਰੂ ਘਰ, 10 ਵਜੇ ਆਏਗਾ, ਕਿਉਂਕਿ ਉਹਨੇ ਬਿਲਕੁਲ ਧਰਮ ਨੂੰ ਲੋਕਾਚਾਰੀ ਦੇ ਨੁਕਤੇ ਤੋਂ ਰੱਖਿਆ ਹੋਇਆ ਹੈ। ਇਸ ਕਰਕੇ ਹੁਣ ਉਦਾਹਰਨ ਦੇ ਤੌਰ 'ਤੇ ਕਦੇ ਦੁਨੀਆ ਦੇ ਵਿੱਚ ਐਸਾ ਦੇਖਿਆ, ਜੇ ਕਦੇ ਦੇਖਿਆ ਤਾਂ ਜ਼ਰੂਰ ਮੈਨੂੰ ਬਾਅਦ ਦੇ ਵਿੱਚ ਦੱਸ ਦਿਆ ਕਰੋ। ਕੋਈ ਵਿਦਿਆਰਥੀ ਜਦੋਂ ਸਕੂਲ ਦਾ ਸਾਰਾ ਸਮਾਂ ਖਤਮ ਹੋ ਗਿਆ ਹੋਵੇ ਲੱਗਣ ਦਾ, ਉਸ ਤੋਂ ਬਾਅਦ ਕਦੀ ਕੋਈ ਵਿਦਿਆਰਥੀ ਸਕੂਲ 'ਚ ਗਿਆ ਹੈ? ਨਹੀਂ ਗਿਆ। ਉਹਨੂੰ ਪਤਾ ਹੈ ਸਵੇਰੇ 9 ਵਜੇ ਸਕੂਲ ਲੱਗਾ, 2 ਵਜੇ ਛੁੱਟੀ ਹੋ ਗਈ ਹੈ।
3 ਵਜੇ ਨਹੀਂ ਜਾਏਗਾ। ਹਾਂ, ਜੇ ਕਿਤੇ ਜਾਏਗਾ ਤਾਂ ਹੋ ਸਕਦਾ ਸਕੂਲ ਦੀ ਗਰਾਊਂਡ 'ਚ ਖੇਡਣ ਚਲ ਗਿਆ ਹੋਵੇ, ਪਰ ਪੜ੍ਹਨ ਲਈ ਨਹੀਂ ਜਾਏਗਾ। ਗੁਰੂ ਘਰ ਦੇ ਵਿੱਚ ਜਿਸ ਸਮੇਂ ਦੇ ਵਿੱਚ ਗਿਆਨ ਦੀ ਸ਼ਹਿਬਰ ਲੱਗ ਰਹੀ ਹੈ, ਕੀਰਤਨ ਦਾ ਰਸ ਵਰਖ ਰਿਹਾ, ਉਸ ਸਮੇਂ ਹਾਜ਼ਰ ਨਹੀਂ ਅਤੇ ਬਾਅਦ ਦੇ ਵਿੱਚ ਕਹਿਣਾ ਮੇਰੀ ਹਾਜ਼ਰੀ ਲੱਗ ਗਈ। ਐਸੇ ਬੰਦਿਆਂ ਨੂੰ ਅਣਜਾਣ ਨਹੀਂ ਕਹਾਂਗੇ ਤੇ ਕੀ ਕਹਾਂਗੇ। ਇਸੇ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੋ ਜਾ ਗਨ ਲਹਨ ਸੇ, ਜਿਹੜੇ ਇਸ ਵੇਲੇ ਵਿੱਚ ਜਾਗਣਗੇ ਉਹ ਵੇਲੇ ਦੀ ਬਰਕਤ ਨੂੰ ਪ੍ਰਾਪਤ ਕਰਨਗੇ। ਅਤੇ ਗੁਰੂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਈ ਕੰਨੋਂ ਦਾਤ, ਇਹ ਦਾਤਾਂ ਮਾਲਕ ਵੱਲੋਂ ਮਿਲਦੀਆਂ ਹਨ, ਜਿਹਨੂੰ ਮਿਲਦੀਆਂ ਨੇ ਉਹੀ ਜਾਣ ਸਕਦਾ। ਇਸ ਕਰਕੇ ਪਰਮੇਸ਼ਰ ਦੀ ਬਖਸ਼ਿਸ਼ ਨੂੰ ਦਾਤ ਕਿਹਾ ਜਾਂਦਾ, ਉਹਨੂੰ ਮਾਇਆ ਤਾਂ ਨਹੀਂ ਕਿਹਾ ਜਾਂਦਾ। ਹੁਣ ਜਿਵੇਂ ਸਾਡੇ ਕੋਲ ਪੈਸਾ ਹੋਵੇ ਤਾਂ ਉਹ ਪਤਾ ਲੱਗ ਜਾਂਦਾ ਹੈ, ਬੰਦੇ ਨੇ ਬ੍ਰਾਂਡਡ ਕੱਪੜੇ ਪਾਉਣ ਲੱਗ ਪੈਂਦਾ ਹੈ, ਪਰ ਜਿਹੜਾ ਬੰਦਗੀ ਦੇ ਜੀਵਨ ਵਿੱਚ ਦਾਤ ਦੇ ਨਾਲ ਨਵਾਜਿਆ ਗਿਆ ਹੈ ਉਹਦੀ ਪਛਾਣ ਬੜੇ ਸੂਖਮ ਢੰਗ ਨਾਲ ਕਰਨੀ ਪੈਂਦੀ ਹੈ, ਕਿਉਂਕਿ ਫਿਰ ਉਹ ਆਪਣੇ ਜੀਵਨ ਦੀਆਂ ਕਈ ਐਸੇ ਨਿਯਮ ਵੀ ਘੜ ਲੈਂਦਾ ਕਿ ਬੰਦਿਆਂ ਨੂੰ ਇਲਮ ਨਹੀਂ ਹੁੰਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਈ ਕੰਨੋਂ ਦਾਤ, ਕਿ ਇਹ ਜੀਵਨ ਦੇ ਵੱਡੇ ਅਮੋਲਕ ਸੁੱਖ ਨੇ। ਔਰ ਇੱਕ ਨੁਕਤਾ ਅਰਜ਼ ਕਰਦੇ ਹਾਂ, ਕਈ ਵਾਰੀ ਆਪ ਜੀ ਨੂੰ ਐਸਾ ਪ੍ਰਤੀਤ ਹੁੰਦਾ ਹੋਏਗਾ ਕਿ ਬੰਦਗੀ ਜੀਵਨ ਜਿਹੜਾ ਹੈ ਉਹ ਤਾਂ ਬੜਾ ਲੰਬਾ ਚੱਲਦਾ ਹੈ ਅਤੇ ਸਾਡੇ ਵਿੱਚ ਇੰਨੀ ਸ਼ਮਤਾ ਨਹੀਂ ਹੈ। ਇੰਨੀ ਸ਼ਮਤਾ ਫਿਰ ਕੀਤਾ ਕਿਵੇਂ ਜਾਏ। ਜ਼ਿਕਰ ਇਹ ਹੈ ਕਿ ਜੀਵਨ ਦੀ ਜੇ ਠੀਕ ਸਮਝ ਪੈਦਾ ਕਰ ਲਓਗੇ ਤਾਂ ਸਭ ਕੁਝ ਹੋ ਸਕੇਗਾ। ਕਦੇ ਇੱਕ ਦਿਨ ਦੀ ਆਪਣੀ ਦਿਨਚਰਿਆ ਵਾਚਣਾ, ਮੈਂ ਅੱਗੇ ਕਈ ਦਫਾ ਅਰਜ਼ ਕੀਤਾ, ਜਿਹੜੇ ਬੰਦੇ ਆਖਦੇ ਨਾ ਸਾਡੇ ਕੋਲ ਸਮਾਂ ਨਹੀਂ, ਭਾਵੇਂ ਉਹ ਭਾਰਤ ਦਾ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ, ਉਹਦੇ ਇਸ ਗੱਲ ਨਾਲ ਵੀ ਸਹਿਮਤ ਨਹੀਂ ਹੋਇਆ ਜਾ ਸਕਦਾ। ਕਿਉਂ? ਕਿਉਂਕਿ ਕੰਮ ਕਰਨ ਵਾਲੇ ਤਾਂ ਸਾਰੇ ਵਿਭਾਗ ਥੱਲੇ ਬਣੇ ਨੇ, ਤੂੰ ਤਾਂ ਮਾੜੀ ਮੋਟੀ ਨਿਗਰਾਨੀ ਕਰਨੀ ਹੈ, ਤੇਰੇ ਕੋਲ ਵੀ ਸਮਾਂ ਪਰ ਰੱਟ ਲਾਉਣਗੇ। ਇਸ ਕਰਕੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਕਮਜ਼ੋਰੀ ਨੂੰ ਛੱਡ ਕੇ ਜਿਹਨੂੰ ਫਿਰ ਮੁਲਾਂਕਣ ਕਰਕੇ ਪੁੱਜੋ ਕਿ ਸਾਡੇ ਕੋਲੋਂ ਠੀਕ ਸਮਾਂ ਕੀ ਹੈ ਅਤੇ ਅਸੀਂ ਉਹਦਾ ਕੀ ਪ੍ਰਯੋਗ ਕਰ ਰਹੇ ਹਾਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਈ ਕੰਨੋਂ ਦਾਤ। ਹੁਣ ਦੂਜਾ ਜ਼ਿਕਰ ਆਪਦੇ ਸਨਮੁਖ ਰੱਖਿਆ ਇਸੇ ਸ਼ਲੋਕ ਦਾ, ਪਹਿਲੇ ਪਹਿਰੇ ਫੁੱਲੜਾ। ਬਚਪਨ ਦੇ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਤਾ ਨੇ ਕਹਿ ਦਿੱਤਾ ਹੈ, ਪਿਤਾ ਕੋ ਸੰਸਕਾਰ ਮਿਲ ਗਏ ਨੇ, ਕਿਸੇ ਧਾਰਮਿਕ ਪੁਰਖ ਦੀ ਸੰਗਤ ਹੋ ਗਈ ਜਾਂ ਪੂਰਬਲੇ ਸੰਸਕਾਰ ਫੁੱਟ ਆਏ। ਬਚਪਨ ਦੇ ਵਿੱਚ ਬਹੁਤ ਬਾਣੀ ਪੜ੍ਹੀ ਹੈ, ਬਹੁਤ ਵਾਰੀ ਕਈ ਘੰਟੇ ਬੈਠ ਕੇ ਗੁਰੂ ਘਰ ਸਾਧਨਾ ਕੀਤੀ ਹੈ, ਆਪਣੇ ਘਰ ਦੇ ਵਿੱਚ ਕੀਤੀ ਹੈ। ਨਹੀਂ ਸੀ ਪਤਾ ਇਹ ਕੀ ਹੈ, ਬਸ ਕਰੀ ਗਏ, ਨਹੀਂ ਪਤਾ ਸੀ। ਬੱਚੇ ਨੂੰ ਕੀ ਪਤਾ ਹੈ ਕਿ ਗੁਰਬਾਣੀ ਦਾ ਗਹਿਰਾ ਅਰਥ ਕੀ ਹੈ, ਜਾਂ ਉਹਨੂੰ ਕੀ ਪਤਾ ਹੈ ਕਿ ਮਨ ਦਾ ਭਾਂਡਾ ਕਿਵੇਂ ਖਾਲੀ ਹੋ ਜਾਂਦਾ, ਜਾਂ ਉਹਨੂੰ ਕੀ ਪਤਾ ਹੈ ਕਿ ਦੇਹ ਤੋਂ ਬਿਯੋਂਡ ਕਿਵੇਂ ਚੱਲਿਆ ਜਾਂਦਾ, ਨਹੀਂ ਪਤਾ। ਉਹਦੀ ਚੇਤਨਾ ਬੜੀ ਛੋਟੀ ਹੈ, ਬੜੀ ਮਾਸੂਮ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪਹਿਲੇ ਪੈਰੇ ਫੁੱਲੜਾ, ਜੀਵਨ ਦੇ ਪਹਿਲੇ ਪੈਰ ਦੀ ਕੀਤੀ ਬੰਦਗੀ। ਹੁਣ ਇਹਦੇ ਵਿੱਚ ਇੱਕ ਨੁਕਤਾ ਆਪ ਜੀ ਦੇਖੋਗੇ ਕਿ ਬੜਾ ਕਮਾਲ ਦਾ ਹੈ। ਪਹਿਲਾ ਪੈਰ ਭਾਵ ਕਿ ਜਿਹੜਾ ਜੀਵਨ ਦੀ ਰਾਤ ਨੂੰ ਜੀਵਨ ਨੂੰ ਰਾਤ ਵਾਂਗ ਮੰਨ ਲਈਏ ਤਾਂ ਉਹਦਾ ਪਹਿਲਾ ਪੈਰ ਬਚਪਨ ਬਣਦਾ ਹੈ। ਉਹਦੇ ਵਿੱਚ ਕੀਤੀ ਹੋਈ ਕਹਿੰਦੇ ਬੰਦਗੀ ਫਲ ਬਣ ਜਾਂਦੀ ਹੈ। ਅਤੇ ਜੇ ਜੋਬਨ ਜਾਂ ਜਿਹੜੀ ਗ੍ਰਸਥ ਅਵਸਥਾ ਹੈ, ਜੇ ਕੁਝ ਇੰਝ ਬਤੀਤ ਵੀ ਹੋ ਜਾਵੇ ਬਿਨਾਂ ਕਿਸੇ ਯਤਨ ਤੋਂ, ਤਾਂ ਕਹਿੰਦੇ ਫਲ ਵੀ ਪਛਾ ਰਾਤ। ਬਚਪਨ ਦੀ ਕੀਤੀ ਹੋਈ ਬੰਦਗੀ ਦੀ ਕਮਾਈ ਜੋਬਨ ਅਤੇ ਗ੍ਰਸਥ ਅਵਸਥਾ ਨੂੰ ਬੈਲੈਂਸ ਰੱਖਦੀ ਹੈ। ਅਤੇ ਜਦੋਂ ਬੁਢਾਪੇ ਦੀਆਂ ਸ਼ਾਮਾਂ ਢਲਦੀਆਂ ਨੇ ਅਤੇ ਉਸ ਸਮੇਂ ਦੇ ਵਿੱਚ ਬੰਦੇ ਨੂੰ ਆਪਣੇ ਜੀਵਨ ਸੁਖਦਾਇਕ ਲੱਗਦਾ ਹੈ। ਹੋ ਸਕਦਾ ਦੁਨੀਆਦਾਰੀ ਤੋਂ ਤਾਂ ਭਾਵੇਂ ਮਾੜਾ ਮੋਟਾ ਵਿਚਾਰਾ ਬੰਦਾ ਢਿੱਲਾ ਹੀ ਚੱਲਿਆ ਹੋਵੇ, ਪਰ ਉਹਦੇ ਕੋਲ ਆਪਣੇ ਜੀਵਨ ਦੇ ਪਾਕ ਸਾਫ਼ ਹੋਣ ਦਾ ਇੱਕ ਸੁੱਖ ਹੁੰਦਾ ਹੈ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੋ ਜਾਗਨ, ਜਿਹੜੇ ਸਮੇਂ ਸਿਰ ਜਾਗ ਗਏ ਉਹੀ ਇਸ ਨੂੰ ਮੰਨਣਗੇ। ਸਾਈ ਕੰਨੋਂ ਦਾਤ। ਇਸ ਤਰ੍ਹਾਂ ਜ਼ਿਕਰ ਕਰਦੇ ਹਨ, ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ। ਹੁਣ ਬਾਬਾ ਫਰੀਦ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਅਗਲੇ ਸ਼ਲੋਕ 'ਚ ਬਖਸ਼ਿਸ਼ ਕਰਦੇ ਹਨ ਕਿ ਅੰਮ੍ਰਿਤ ਵੇਲੇ ਦਾ ਉਦਮ ਅਤੇ ਸਿਫਤ ਸਲਾਹ ਵਿੱਚ ਜੁੜ ਜਾਣਾ ਆਪਣੇ ਵੱਸ ਦੀ ਗੱਲ ਨਹੀਂ। ਆਖਦੇ ਹਨ ਦਾਤੀ ਸਾਹਿਬ ਸੰਧੀਆਂ। 4-4 ਅਲਾਰਮ ਵੀ ਲਗਾਏ ਜਾਂਦੇ ਨੇ, ਪਰ ਫਿਰ ਵੀ ਅੰਮ੍ਰਿਤ ਵੇਲੇ ਦੀ ਨਿਰੰਤਰਤਾ ਨਹੀਂ ਬਣਦੀ। ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਅਕਾਲ ਪੁਰਖ ਦੀ ਮਿਹਰ ਨਾਲ ਜੋੜਦਿਆਂ ਕਿਹਾ ਦਾਤੀ ਸਾਹਿਬ ਸੰਧੀਆਂ। ਇਹ ਦਾਤ ਹੈ, ਮਾਲਕ ਜਿਸ ਨੂੰ ਭਾਵੇ ਉਹਦੇ ਤੱਕ ਚਲੀ ਜਾਂਦੀ ਹੈ। ਕਿਆ ਚੱਲੈ ਤਿਸ ਨਾਲ। ਉਹਦੀ ਦਾਤ ਦੇ, ਉਹਦੀ ਮਿਹਰ ਦੇ ਖਿਲਾਫ ਕਿਵੇਂ ਜਾਇਆ ਜਾ ਸਕਦਾ ਹੈ। ਕਹਿੰਦੇ ਜੇ ਉਹਦੀ ਮਿਹਰ ਹੋਵੇ, ਇੱਕ ਜਾਗੰਦੇ ਨਾ ਲਹਨ, ਇੱਕ ਜਾਗ ਵੀ ਜਾਂਦੇ ਨੇ, ਉਸ ਪੈਰ ਦੇ ਵਿੱਚ ਜਾਗ ਵੀ ਜਾਂਦੇ ਨੇ, ਬੰਦਗੀ ਦੇ ਕਰਮ ਵਿੱਚ ਜੁੜ ਵੀ ਬੈਠਦੇ ਨੇ, ਪਰ ਅੰਦਰੋਂ ਅਹੰਕਾਰ ਰੂਪ ਹੰਗਤਾ ਨਹੀਂ ਜਾਂਦੀ।
ਪਰ ਇੱਕ ਤਰਫ ਐਸਾ ਇੱਕ ਨਾ ਸੁੱਤਿਆਂ ਦੇ ਉਠਾਲ, ਇੱਕ ਐਸੇ ਹਨ ਜਿਹੜੇ ਅਚੇਤ ਚੱਲ ਰਹੇ ਹਨ, ਉਹਨਾਂ ਨੂੰ ਮਾਲਕ ਬਖਸ਼ਿਸ਼ ਕਰ ਦਿੰਦਾ। ਭਾਵ ਐਸਾ, ਇਹ ਗੱਲ ਬੜੀ ਕਮਾਲ ਦੀ ਹੈ। ਜਦੋਂ ਅਸੀਂ ਬਾਣੀ ਦੀ ਤਰਤੀਬ ਪੜ੍ਹਦੇ ਹਾਂ, ਹੋ ਸਕਦਾ ਆਪ ਜੀ ਸੁਣ ਰਹੇ ਹੋ ਨਹੀਂ ਇੰਨਾ ਇਲਮ ਹੋਏਗਾ ਵੀ ਇਹ ਗੱਲ ਕੀ ਅਸਲ 'ਚ, ਪਰ ਜਿਹੜਾ ਜਾਣਦਾ ਨੂੰ ਪਤਾ ਹੋਏਗਾ। ਤਾਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ ਕਿ ਸਾਈ ਕੰਨੋ ਦਾਤ, ਅਤੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਵਾਕ ਹੈ ਦਾਤੀ ਸਾਹਿਬ ਸੰਧੀਆਂ, ਕਿ ਜਿਨ੍ਹਾਂ ਨੇ ਇਹਨਾਂ ਨੂੰ ਦਾਤ ਕਰਕੇ ਮਾਣਿਆ ਹੈ। ਇਸ ਕਰਕੇ ਸ਼ਾਇਦ ਆਪ ਜੀ ਨੇ, ਜਿਨ੍ਹਾਂ ਨੇ ਪੁਰਾਣਾ ਕੋਈ ਬਚਪਨ ਦੇਖਿਆ ਹੋਵੇ, ਜੀਵਨ ਜਿਨ੍ਹਾਂ ਨੂੰ ਯਾਦ ਹੈ, ਮੈਂ ਤਾਂ ਪੁਰਾਣੇ ਦੀ ਬਾਤ ਕਰਦਾ ਕਿ ਪੁਰਾਣੇ ਦੇ ਵਿੱਚ ਹੀ ਕੁਝ ਅਰਥ ਬਚਿਆ ਸੀ, ਹੁਣ ਦਾ ਕਿੱਥੇ ਅਰਥ ਬਚਿਆ ਕੋਈ। ਪਹਿਲੇ ਸਮਿਆਂ ਦੇ ਵਿੱਚ ਜਿਨ੍ਹਾਂ ਨੇ ਦੇਖਿਆ ਹੋਏਗਾ, ਘਰਾਂ 'ਚ ਬਜ਼ੁਰਗ ਉੱਠਦੇ ਸਨ ਨਾ ਸਵੇਰ ਵੇਲੇ, ਉਹਨਾਂ ਨੇ ਆਪਣਾ ਚਿਹਰਾ ਆਦਿਕ ਮਾੜਾ ਮੋਟਾ ਹੱਥ ਨਾਲ ਸਵਾਰ ਕੇ, ਦਸਤਾਰ ਛੋਟੀ ਜਿਹੀ ਬੰਨ੍ਹ ਕੇ, ਅਤੇ ਪਹਿਲਾਂ ਹੱਥ ਜੋੜ ਕੇ ਮੰਜੇ 'ਤੇ ਬੈਠੇ ਸ਼ੁਕਰ ਕਰਨਾ ਕਿ ਸ਼ੁਕਰ ਹੈ ਮਾਲਕ ਅੱਜ ਦਾ ਦਿਨ ਦੇਖਣਾ ਨਸੀਬ ਹੋਇਆ। ਧਰਤੀ 'ਤੇ ਕਦਮ ਰੱਖਣ ਲੱਗਾ ਹਾਂ ਅਤੇ ਕਦਮ ਇਸ ਢੰਗ ਨਾਲ ਰੱਖਾਂ ਕਿ ਇਹ ਕਿਸੇ ਗਲਤ ਦਿਸ਼ਾ ਵੱਲ ਨਾ ਜਾਵੇ। ਕਿਰਤ ਵੱਲ ਜਾਣਾ ਹੈ, ਕਿਰਤ ਐਸੀ ਨਾ ਹੋਵੇ ਕਿ ਪਾਪ ਉਹਦੇ ਵਿੱਚ ਵੜ ਜਾਏ। ਇਸ ਤਰ੍ਹਾਂ ਦੀ ਉਹ ਅਰਦਾਸ ਕਰਦੇ ਸਨ ਜਿਵੇਂ ਉਹਨਾਂ ਦੀ ਸਾਦਗੀ ਭਰੀ ਸੀ। ਅੱਜ ਤਾਂ ਕੁਝ ਨਹੀਂ ਹੈ, ਨਾ ਮਾਤਾ ਐਸੀ ਦੇ ਰਹੀ, ਨਾ ਬੱਚਾ ਦੇ ਰਿਹਾ। ਬੜੀ ਹੈਰਾਨਗੀ ਹੁੰਦੀ ਹੈ। ਬੈੱਡ ਟੀ ਵਰਗੀਆਂ ਅਲਾਮਤਾਂ ਬੜੀਆਂ ਹੋਈਆਂ ਨੇ। ਤਾਂ ਬਾਬਾ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ, ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇਹ ਤਾਂ ਮਾਲਕ ਦੀ ਦਾਤ ਰੂਪ ਹੈ। ਇੱਕ ਦਫਾ ਹਜ਼ਰਤ ਮੁਹੰਮਦ ਸਾਹਿਬ ਆਪਣੇ ਭਤੀਜੇ ਨੂੰ ਲੈ ਗਏ ਨਮਾਜ਼ ਪੜ੍ਹਨ ਦੇ ਲਈ। ਜਦੋਂ ਨਮਾਜ਼ ਪੜ੍ਹ ਕੇ ਮਸਜਿਦ ਦੇ ਵਿੱਚ ਸਮਾਂ ਗੁਜ਼ਾਰ ਕੇ 2-2.5 ਘੰਟੇ ਬਾਅਦ ਵਾਪਸ ਪਰਤੇ, ਤਾਂ ਉਹ ਜਿਹੜੇ ਮੁਹੱਲੇ 'ਚੋਂ ਗੁਜ਼ਰੇ, ਉੱਥੋਂ ਦੇ ਲੋਕ ਅਜੇ ਉੱਠ ਰਹੇ ਸਨ। ਤਾਂ ਉਹਨਾਂ ਦਾ ਭਤੀਜਾ ਉਹ ਕਹਿਣ ਲੱਗਾ ਕਿ ਲੋਕ ਕਿੰਨੇ ਬੇਖਬਰ ਨੇ, ਇਸ ਵੇਲੇ ਉੱਠ ਰਹੇ ਨੇ, ਅਤੇ ਇਹ ਗੱਲ ਸੁਣਦਿਆਂ ਹੋਇਆਂ ਕਿੰਨੇ ਗਲਤ ਨੇ ਉਹਨੇ ਇੰਜ ਦੇ ਵਾਕ ਕਹੇ। ਹਜ਼ਰਤ ਮੁਹੰਮਦ ਸਾਹਿਬ ਦੇ ਨੇਤਰ ਸੇਜਲ ਹੋ ਗਏ, ਭਾਵ ਕਿ ਉਹ ਰੋਣ ਲੱਗ ਪਏ। ਉਹਦੇ ਭਤੀਜੇ ਨੇ ਕਿਹਾ ਕਿ ਮੈਂ ਤੁਹਾਨੂੰ ਕੋਈ ਗਲਤ ਵਾਕ ਕਿਹਾ, ਤੁਹਾਡਾ ਦਿਲ ਦੁਖਾਇਆ, ਤੁਸੀਂ ਇਸ ਤਰ੍ਹਾਂ ਦੁਖੀ ਹੋਣ ਲੱਗੇ ਹੋ? ਨਹੀਂ, ਕਹਿੰਦੇ ਦੁਖੀ ਤਾਂ ਨਹੀਂ ਹੋਇਆ, ਜਾਂ ਬਾਤ ਐਸੀ ਹੈ ਕਿ ਤੂੰ ਅੱਜ ਇੱਕ ਦਿਨ ਬੰਦਗੀ ਦੇ ਮਾਰਗ 'ਤੇ ਚੱਲਿਆ, ਇੱਕ ਦਿਨ ਚੱਲ ਕੇ ਤੈਨੂੰ ਦੂਜਿਆਂ ਦੀ ਦਸ਼ਾ ਮੁਲਾਂਕਣ ਕਰਨੀ ਆ ਗਈ। ਬੜੇ ਬੰਦੇ ਐਸੇ ਮਿਲਦੇ ਨੇ, ਮੈਂ 1 ਮਹੀਨੇ ਤੋਂ ਉੱਠ ਰਿਹਾ ਹਾਂ, ਨਾਲ ਹੀ ਦੂਜੇ ਦਾ ਜ਼ਿਕਰ ਕਰ ਦੇਣ ਕਿ ਉਹ ਨਹੀਂ ਉੱਠਦਾ। ਮਿਲ ਜਾਣਗੇ ਬੜੇ ਐਸੇ, ਆਪਣੀ ਉੱਤਮਤਾ ਦੂਜੇ ਦੇ ਨਾਲ, ਖੁਦ ਯਤਨ ਕਰ ਲਿਆ ਠੀਕ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਉੱਠ ਗਏ ਉਹ ਮਿਹਰ ਦੇ ਨਾਲ ਹਨ, ਪਰ ਹੋ ਸਕਦਾ ਉਹਨਾਂ ਕੋਲ ਮਿਹਰ ਦੀ ਠੀਕ ਪਛਾਣ ਨਾ ਹੋਵੇ। ਇਸ ਕਰਕੇ ਜਾਗਦਿਆਂ ਹੋਇਆਂ ਵੀ ਗੁਰੂ ਸਾਹਿਬ ਜੀ ਕਹਿੰਦੇ ਇੱਕ ਜਾਗੰਦੇ ਨਾਲ ਹਨ। ਉਹ ਜਾਗ ਕੇ ਹੋ ਸਕਦਾ ਇਬਾਦਤ ਕਰ ਵੀ ਲੈਣ, ਪਰ ਪਤਾ ਨਹੀਂ ਵੀ ਇਹਦਾ ਅਰਥ ਕੀ ਸੀ, ਬਸ ਜਾਗਣ ਤੱਕ ਦਾ ਹੀ ਪਤਾ ਸੀ। ਪਰ ਦੂਜੇ ਪਾਸੇ ਬਾਬਾ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਇੱਕ ਨਾ ਸੁੱਤਿਆਂ ਦੇ ਉਠਾਲ, ਇੱਕ ਨਾ ਐਸੇ ਹਨ ਜਿਨ੍ਹਾਂ ਨੂੰ ਜਿਹੜੇ ਯਤਨ ਵੀ ਨਹੀਂ ਕਰਦੇ ਪਰ ਅਚਾਨਕ ਯਾਦ ਆ ਜਾਂਦੀ, ਉੱਠ ਕੇ ਜੁੜ ਬੈਠਦੇ ਨੇ, ਅਤੇ ਉਹਨਾਂ ਨੂੰ ਮਾਲਕ ਆਪਣੀ ਬਖਸ਼ਿਸ਼ ਦਾ ਖਜ਼ਾਨਾ ਦੇ ਦਿੰਦਾ। ਇਹਦਾ ਭਾਵ ਵੇਖੋ ਹੁਣ ਨੁਕਤੇ ਦੇ ਵਿੱਚ ਬਰੀਕ ਨੇ, ਦਾਤੀ ਸਾਹਿਬ ਸੰਧੀਆਂ। ਹੁਣ ਕਈ ਦਫਾ ਲੋਕ, ਮੈਨੂੰ ਬੜੀ ਹੈਰਾਨਗੀ ਹੁੰਦੀ ਹੈ, ਅੰਮ੍ਰਿਤ ਵੇਲੇ ਉੱਠਣ ਦਾ ਢੰਗ ਨਾ ਲੋਕਾਂ ਕੋਲ ਪੁੱਛਦੇ ਫਿਰਨਗੇ ਵੀ ਕਿਵੇਂ ਉੱਠਿਆ ਜਾਣਾ ਚਾਹੀਦਾ, ਕੀ ਕਰੀਏ ਕੀ ਨਾ ਕਰੀਏ। ਅਤੇ ਬਾਬਾ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਦਾਤੀ ਸਾਹਿਬ ਸੰਧੀਆਂ, ਕਿ ਇਹ ਮਾਲਕ ਦੀ ਦਾਤ ਹੈ। ਸੰਸਾਰ ਤਾਂ ਇਹ ਕਹਿ ਦੇਗਾ ਕਿ 4-5 ਅਲਾਰਮ ਲਾ ਲਓ, ਟਾਈਮ ਨਾਲ ਸੌਂਇਆ ਕਰੋ, ਇਹ ਕੁਝ ਕਹੇਗਾ, ਪਰ ਬਾਬਾ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਦਾਤੀ ਸਾਹਿਬ ਸੰਧੀਆਂ, ਇਹ ਮਾਲਕ ਦੀ ਦਾਤ ਹੈ। ਕਿਉਂਕਿ ਉਹ ਵੇਲਾ ਤੁਸੀਂ ਉਹਦੀ ਯਾਦ ਵਿੱਚ ਲਗਾਉਣਾ ਹੈ, ਅਤੇ ਉਸ ਵੇਲੇ ਦਾ ਤੁਹਾਡੇ ਵਿੱਚ ਉੱਦਮ ਬਣ ਜਾਏ, ਅਤੇ ਇਹ ਉਹੀ ਕਰ ਸਕਦਾ ਸਿਰਜਣਹਾਰ। ਇਸ ਕਰਕੇ ਉਹਦੀ ਦਾਤ ਨੂੰ ਪ੍ਰਾਪਤ ਕਰਨ ਦੇ ਲਈ ਅਰਦਾਸ ਬਣਾ ਲਓ ਆਪਣੇ ਅੰਦਰ। ਜਦੋਂ ਅਰਦਾਸ ਵਾਕਿਆ ਗਹਿਰੀ ਹੋ ਗਈ ਅਤੇ ਅੰਮ੍ਰਿਤ ਵੇਲੇ ਦੀ ਦਾਤ ਮਿਲ ਜਾਏਗੀ, ਫਿਰ ਕੋਈ ਵਿਸ਼ੇਸ਼ ਤਰ੍ਹਾਂ ਦੇ ਤਰਦੱਦ ਨਹੀਂ ਕਰਨੇ ਪੈਣਗੇ। ਆਖਦੇ ਹਨ ਇੱਕ ਜਾਗੰਦੇ ਨਾਲ ਹਨ, ਆਪਣੇ ਯਤਨ ਦੇ ਨਾਲ ਜਾ ਕੇ ਵੀ ਫਲ ਪ੍ਰਾਪਤ ਨਹੀਂ ਹੋ ਸਕਦਾ। ਇਸ ਕਰਕੇ ਇੱਕ ਦਫਾ ਮੇਰੇ ਮਨ 'ਚ ਵੀ ਐਸਾ ਖਿਆਲ ਸੀ, ਅਸੀਂ ਜਦ ਪੜ੍ਹਦੇ ਸਾਂ ਕਿ ਬੜੇ ਐਸੇ ਆਲਸੀ ਕਿਸਮ ਦੇ ਵਿਦਿਆਰਥੀ, ਉਹਨਾਂ ਦਾ ਜੀਵਨ ਦੇਖ ਕੇ ਕਿਰਝ ਆਉਣੀ। ਕੁਦਰਤੀ ਇੱਕ ਦਿਨ ਬਾਣੀ ਪੜ੍ਹ ਰਹੇ ਸਾਂ, ਉਹਦੇ ਵਿੱਚ ਖਿਆਲ ਆਇਆ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਜਿਹਦੇ ਜੀਵਨ 'ਚ ਜੋ ਕੁਝ ਵਸਿਆ ਉਹੀ ਕਰੇਗਾ। ਇਸ ਕਰਕੇ ਜਿਹਦੇ ਜੀਵਨ 'ਚ ਕੂੜ ਭਾਰੂ ਹੈ ਉਹ ਆਲਸੀ ਹੋਏਗਾ, ਜਿਹਦੇ ਜੀਵਨ 'ਚ ਸਿਫਤ ਦਾ ਰੰਗ ਲੱਗ ਗਿਆ। ਪਰ ਸਿਫਤ ਵਾਲਾ ਇਹ ਨਾ ਕਰੇ ਕਿ ਬਾਕੀ ਮੇਰੇ ਤੋਂ ਛੋਟੇ ਹੋ ਗਏ ਜਾਂ ਪਿੱਛੇ ਰਹਿ ਗਏ।
ਸਮਝ ਲਏ ਕਿ ਉਹਨਾਂ ਦੇ ਜੀਵਨ ਦਾ ਜੇ ਸਿਲਸਿਲਾ ਕੁਝ ਹੋਰ ਹੈ ਅਤੇ ਮੈਨੂੰ ਆਪਣੀ ਤਰਫ ਹੀ ਖਿਆਲ ਰੱਖਣਾ ਚਾਹੀਦਾ। ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਇੱਕ ਜਾ ਗੰਦੇ ਨਾ ਲਹਨ, ਇਕਨਾਂ ਨੂੰ ਜਾ ਕੇ ਵੀ ਕੁਝ ਪ੍ਰਾਪਤ ਨਹੀਂ। ਬੜੀ ਹੈਰਾਨਗੀ ਹੁੰਦੀ ਹੈ ਜਿਹੜੇ ਬੰਦੇ ਵਾਕਿਆ ਅੰਮ੍ਰਿਤ ਵੇਲੇ ਸ਼ਾਂਤਗੀ ਦੇ ਵਿੱਚ ਢਲੇ ਹੋਣ ਨਾ। ਇੱਕ ਜ਼ਿਕਰ ਆਪ ਦੇ ਨਿੱਜ 'ਚੋਂ ਸਾਂਝਾ ਕਰਦਿਆਂ, ਦਿਨ ਦੇ ਕਾਫੀ ਚੜ੍ਹੇ ਜਾਣ ਤੱਕ ਕਿਸੇ ਤਰ੍ਹਾਂ ਦੀ ਬਾਤ ਸਾਂਝਾ ਕਰਨ ਨੂੰ ਮਨ ਨਹੀਂ ਕਰਦਾ। ਜਿਹੜੇ ਵਾਕਿਆ ਅੰਮ੍ਰਿਤ ਵੇਲੇ ਦੀ ਸ਼ਾਂਤਗੀ ਵਿੱਚ ਢਲੇ ਨੇ, ਅਤੇ ਕਈ ਤੁਹਾਨੂੰ ਐਸੇ ਮਿਲ ਜਾਣਗੇ ਨਿਤਨੇਮ ਦਾ ਸਮਾਂ 45 ਮਿੰਟ ਦੇ ਵਿੱਚ ਨਿਪਟਾ ਕੇ ਅਤੇ ਫਿਰ ਉਸ 6 ਵਜੇ ਤੱਕ ਹੀ 4 ਵਜੇ ਹੀ ਪਰਿਵਾਰਕ ਰਾਜਨੀਤਿਕ ਕਿਸਮ ਦੀਆਂ ਗੱਲਾਂ ਸ਼ੁਰੂ ਕਰ ਦੇਣਗੇ। ਉਹ ਕੀਤੀ ਹੈ ਸਾਧਨਾ ਪਰ ਜੀਵਨ 'ਚ ਠਹਿਰੀ ਨਹੀਂ ਹੈ। ਪਾਣੀ ਪੀਂਦੇ ਹਾਂ, ਉਹ ਪਿਆਸ ਮਿਟਾ ਦਿੰਦਾ, ਬਾਅਦ ਦੇ ਵਿੱਚ ਅੰਦਰੋਂ ਖੋਹ ਨਹੀਂ ਪੈਂਦੀ। ਜਿੰਨੇ ਵਾਕਿਆ ਬਾਣੀ ਦੇ ਅੰਮ੍ਰਿਤ ਰਸ ਨਾਲ ਆਪਣੇ ਆਪ ਨੂੰ ਮਾੜਾ ਮੋਟਾ ਸ਼ਾਂਤ ਕੀਤਾ ਹੈ, ਉਹਨੂੰ ਤਾਂ ਲਗਭਗ 9-10 ਵਜੇ ਤੱਕ ਤਾਂ ਉਂਝ ਹੀ ਬੋਲਣਾ ਸੁਣਨਾ ਚੰਗਾ ਨਹੀਂ ਲੱਗਦਾ, ਕਿਉਂਕਿ ਉਹ ਕਿਸੇ ਠਹਿਰਾਓ ਵਿੱਚ ਗਿਆ ਹੋਇਆ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਇੱਕ ਜਾ ਗੰਦੇ ਨਾ ਲਹਨ, ਇੱਕ ਜਾਗ ਕੇ ਵੀ ਊਣੇ ਰਹਿ ਜਾਂਦੇ ਨੇ, ਪਰ ਜੇ ਮਿਹਰ ਹੋ ਜਾਵੇ ਇੱਕ ਨਾ ਸੁੱਤਿਆਂ ਦੇ ਉਠਾਲ ਜਿਹੜੇ ਚਾਣਚੱਕ ਵੀ ਉੱਠ ਪੈਂਦੇ ਨੇ, ਉਹ ਵੀ ਦਾਤ ਮਿਹਰ ਦੇ ਨਾਲ ਨਵਾਜੇ ਜਾਂਦੇ ਹਨ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਿਰਪਾ ਕਰਨ ਸਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਥੋੜ੍ਹੀ ਜਿਹੀ ਆਪਣੇ ਜੀਵਨ ਦੀ ਸਾਧਨਾ ਕਰੀਏ, ਮੈਡੀਕਲ ਸਾਇੰਸ ਦੇ ਹਵਾਲੇ ਵਰਤਣੇ ਬੰਦ ਕਰੀਏ। ਇਹ ਕੋਈ ਬਹੁਤਾ ਉਚਾਈ 'ਤੇ ਲਿਜਾਂਦੇ ਨਹੀਂ, ਉਹ ਇੰਨੇ ਜ਼ਿਆਦਾ ਹਵਾਲੇ ਨੇ। ਜੇ ਕਿਤੇ ਸਾਰੇ ਇੱਥੇ ਲਾਗੂ ਕਰਦੇ ਤਾਂ ਬੰਦਾ ਸਤ ਸੰਗਤ, ਜਿਵੇਂ ਅੱਜ ਦਾ ਮਹਾਂਮਾਰੀ ਦਾ ਸਮਾਂ, ਉਹ ਕਹਿ ਰਹੇ ਬੈਠਣਾ ਵੀ ਦੂਰ ਹੈ ਜੀ। ਬੰਦੇ ਕਈ ਐਸੇ ਮੈਂ ਦੇਖੇ 2 ਸਾਲ ਹੋ ਗਏ ਮੁੜ ਕੇ ਆਏ ਨਹੀਂ, ਟੁੱਟ ਗਏ ਨੇ ਇੱਕ ਵਾਰੀ ਬਸ। ਇਸ ਕਰਕੇ ਬਾਹਰੀ ਸੰਸਾਰ ਦੀ ਜਿਹੜੀ ਭ੍ਰਮਣਾ ਹੈ ਉਹਨੂੰ ਆਪਣੇ ਮਨ ਦੇ ਤਲ 'ਤੇ ਨਾ ਥਾਂ ਦੇਈਏ। ਗੁਰੂ ਸ਼ਬਦ ਦਾ ਆਸ਼ਾ ਸਾਨੂੰ ਕੀ ਸਮਝਾਉਂਦਾ ਅਤੇ ਅਸੀਂ ਕੀ ਸਮਝਣ ਕੇ ਆਪਣਾ ਜੀਵਨ ਦਾ ਅਮਲ ਧਾਰਨ ਕਰਨਾ ਹੈ, ਉਹਦੀ ਤਰਫ ਖਿਆਲ ਕਰੀਏ। ਫਿਰ ਹੀ ਸਤਿਗੁਰੂ ਕੀ ਮਿਹਰ ਦੇ ਪਾਤਰ ਬਣਾਂਗੇ। ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਨ, ਸਤਿਗੁਰੂ ਸਾਹਿਬ ਜੀ ਮਿਹਰ ਕਰਨ, ਪਾਵਨ ਸਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਪਾਵਨ ਲੜੀਵਾਰ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ